ਕੈਨੇਡਾ ਜਾਂ ਆਸਟ੍ਰੇਲੀਆ? ਫॉर नाउ ਆਸਟ੍ਰੇਲੀਆ। ਓਕੇ। ਬੱਚੇ 3-3 4-4 ਸਾਲ ਘਰ ਬੈਠੇ ਰਹਿੰਦੇ ਆ ਇਸ ਉਮੀਦ 'ਚ ਕਿ ਸ਼ਾਇਦ ਕੋਈ ਨਾ ਜਾਦੂ ਹੋਏਗਾ। ਪ੍ਰੋਸੈਸ ਤੇ ਚੀਜ਼ਾਂ ਹੁੰਦੀਆਂ, ਜਾਦੂ ਮਿਰੇਕਲਸ ਤੇ ਨਹੀਂ ਹੁੰਦੀਆਂ। ਮੈਮ ਜਿਹੜਾ 17 ਅਪ੍ਰੈਲ ਨੂੰ ਸਭ ਤੋਂ ਵੱਡਾ ਐਜੂਕੇਸ਼ਨ ਫੇਅਰ ਲੱਗਣ ਜਾ ਰਿਹਾ, ਉਹਦੇ ਬਾਰੇ ਵੀ ਜਾਣਨਾ ਚਾਹਾਂਗੇ। ਉਸ ਦਿਨ ਬੇਸਿਕਲੀ ਹੋਊਗਾ ਕੀ ਕਿ ਲੋਕ ਖੇਤ ਵੇਚ ਦਿੰਦੇ ਨੇ, ਆਪਣੀ ਜ਼ਮੀਨਾਂ ਵੇਚਦੇ ਨੇ, ਬਾਹਰ ਚਲੇ ਜਾਂਦੇ ਨੇ, ਘਰ ਦੇ ਘਰ ਬਰਬਾਦ ਹੋ ਗਏ। ਤਾਂ ਤੁਸੀਂ ਐਜ਼ ਕੰਸਲਟੈਂਟ ਨਹੀਂ ਤਾਂ ਜ਼ਮੀਨ ਇਸ ਲਈ ਵੇਚ ਦਿੰਦੇ ਆ ਕਿਉਂਕਿ ਜਦੋਂ ਉਹਨਾਂ ਕੋਲ ਪੈਸੇ ਹੁੰਦੇ ਆ ਜ਼ਮੀਨ ਖਰੀਦਦੇ ਆ ਨਾ। 4 ਪੈਸੇ ਘਰ ਹੁੰਦੇ ਬੰਦਾ ਕਹਿੰਦਾ ਜ਼ਮੀਨ ਲੈ ਲੈਂਦੇ ਆ। ਫਿਰ ਸਟੂਡੈਂਟ ਬਾਹਰ ਕਿਉਂ ਜਾਵੇ? ਓਕੇ, ਸਟੂਡੈਂਟ ਬਾਹਰ ਸਿਰਫ ਇਸ ਲਈ ਜਾਵੇ ਕਿ ਉਹਦਾ ਵੀਜ਼ਾ 100% ਹੋ ਜਾਏਗਾ ਇਜ਼ ਨਾਟ ਅ ਗੁੱਡ ਰੀਜ਼ਨ। ਬਹੁਤ ਫੇਕ ਏਜੰਟਸ ਬੈਠੇ ਸੀ ਮਾਰਕੀਟ ਵਿੱਚ, ਜਿਨ੍ਹਾਂ ਬਹੁਤ ਬੱਚਿਆਂ ਦਾ ਨੁਕਸਾਨ ਵੀ ਹੋਇਆ। ਇਮੀਗ੍ਰੇਸ਼ਨ ਵੀ ਆਪਾਂ ਦੇਖਦੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਜਿਹੜੇ ਐਜੂ ਕੰਸਲਟੈਂਟ ਕੰਪਨੀਜ਼ ਵੀ ਨੇ, ਤਾਂ ਐਕਸਪਰਟ ਐਜੂਕੇਸ਼ਨ ਵੀਜ਼ਾ ਉਹਨਾਂ ਵਿੱਚ ਆਪਣੇ ਆਪ ਟਰਸਟ ਕਿਵੇਂ ਬਿਲਡ ਕਰਦਾ। ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ। ਜਦੋਂ ਆਪਾਂ ਆਮ ਤੌਰ ਤੇ ਗਾਣਾ ਸੁਣਦੇ ਆ ਨਾ, ਬੜੀ ਖੁਸ਼ੀ ਹੁੰਦੀ ਹੈ ਮਨ ਦੇ ਵਿੱਚ। ਬਹੁਤ ਸਾਰੇ ਸਵਾਲ ਵੀ ਪੈਦਾ ਹੋ ਜਾਂਦੇ ਆ ਕਿ ਕਾਸ਼ ਮੇਰਾ ਵੀ ਵੀਜ਼ਾ ਲੱਗ ਜਾਏ, ਮੈਂ ਵੀ ਬਾਹਰ ਪੜ੍ਹਨ ਜਾਵਾਂ। ਇਹ ਸਾਰੇ ਜਦੋਂ ਸਵਾਲਾਂ ਦੇ ਆਪਾਂ ਜਵਾਬ ਲੈਂਦੇ ਆ ਤਾਂ ਮਨ 'ਚ ਬਹੁਤ ਸਾਰੇ ਡਾਊਟ ਹੋ ਜਾਂਦੇ ਆ, ਕਿਹੜੇ ਦੇਸ਼ 'ਚ ਪੜ੍ਹਾਂ, ਕਿ ਸ਼ਾਇਦ ਮੇਰੇ ਕੋਲ ਪੈਸੇ ਹੈਗੇ ਜਾਂ ਨਹੀਂ ਹੈਗੇ, ਕਿਹੜਾ ਦੇਸ਼ ਮੈਨੂੰ ਰੱਖੂਗਾ। ਬਹੁਤ ਸਾਰੇ ਮਨ ਦੇ ਵਿੱਚ ਸਵਾਲ ਪੈਦਾ ਹੋ ਜਾਂਦੇ ਆ ਨਾ। ਉਹਨਾਂ ਸਾਰਿਆਂ ਦਾ ਜਵਾਬ ਲੈਣ ਲਈ ਫਿਰ ਆਪਾਂ ਗੂਗਲ ਕਰਦੇ ਹਾਂ, ਜਿੱਥੇ ਕੋਈ ਇਨਫੋਰਮੇਸ਼ਨ ਸ਼ਾਇਦ ਆਪਾਂ ਨੂੰ ਉਨੀ ਜਾਇਜ਼ ਨਹੀਂ ਮਿਲਦੀ। ਇਹਨਾਂ ਸਭ ਸਵਾਲਾਂ ਦਾ ਜਵਾਬ ਲੈਣ ਲਈ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ ਹੈ ਸਭ ਤੋਂ ਵੱਡਾ ਐਜੂਕੇਸ਼ਨ ਫੇਅਰ 17 ਅਪ੍ਰੈਲ ਨੂੰ ਹਯਾਤ सेंट्रिक ਦੇ ਵਿੱਚ, ਜਿਹਨੂੰ होस्ट कर रहा है एक्सपर्ट एजुकेशन एंड वीज़ा सर्विसेज। इस सब को लेके आज हमारे साथ हैं एक्सपर्ट एजुकेशन एंड वीज़ा सर्विसेज के डायरेक्टर मनिंदर मैम। मनिंदर मैम, बहुत बहुत स्वागत करते हैं आपका PU पल्स में। थैंक यू सो मच एंड आई एम थैंकफुल टू PU पल्स टीम। थैंक यू सो मच मैम। थैंक यू मैम, आपने अपना कीमती समय में दिया। मैम, इतना बड़ा एजुकेशन फेयर चंडीगढ़ में होने जा रहा है, सबसे पहले तो हम यही जानना चाहेंगे कि जब इतना बड़ा एजुकेशन फेयर होता है तो क्या सोच रहती है इतना बड़ा एजुकेशन फेयर लगाने के पीछे? क्योंकि हम आप पहले भी देखते हैं कि बहुत सारे एजुकेशन फेयर होते रहे हैं, तो क्या सोच रहती है बेसिकली इसको लगाने में? तो एक्चुअली एज अ कंसल्टेंट साडी सब तो इंपॉर्टेंट रिस्पॉन्सिबिलिटी होंदी है टू गिव द इंफॉर्मेशन इन ट्रांसपेरेंट वे। बट क्योंकि बहुत सारिया यूनिवर्सिटीज़ बहुत सारिया कंट्री विच प्रेजेंट है ਜਿਹੜੀਆਂ कि इंटरनेशनल एजुकेशन ਨੂੰ ਪ੍ਰਮੋਟ ਕਰਦੀਆਂ ਐਂਡ ਦੇ ਗਿਵ ਸਪੇਸ ਟੂ ਸਟੂਡੈਂਟਸ ਜਿਵੇਂ ਕਿ ਇੰਡੀਆ ਤੋਂ ਜਾਂ ਹੋਰ ਵੀ ਕੰਟਰੀਜ਼ ਤੋਂ। ਐਜ਼ ਅ ਸਟੂਡੈਂਟ ਜਦੋਂ ਕੋਈ ਵੀ ਸਾਡੇ ਕੋਲ ਕੰਸਲਟੈਂਟ ਕੋਲ ਆਉਂਦਾ ਹੈ ਤਾਂ ਅਸੀਂ ਉਹਨੂੰ, ਬਿਕੋਜ਼ ਸਾਡੇ ਕੋਲ ਨੌਲੇਜ ਬੇਸ ਹੈ, ਸਾਡਾ ਐਕਸਪੀਰੀਅੰਸ ਹੈ, ਤੇ ਅਸੀਂ ਆਪਣੀ ਉਹਦੇ ਹਿਸਾਬ ਨਾਲ ਉਹਨੂੰ 2-3-4 ਆਪਸ਼ਨਸ ਜੋ ਵੀ ਸੂਟੇਬਲ ਹੁੰਦੀਆਂ ਸਾਡੇ ਹਿਸਾਬ ਨਾਲ ਅਸੀਂ ਉਹਨੂੰ ਦਿੰਦੇ ਹਾਂ। ਜ਼ਿਆਦਾਤਰ ਕੀ ਹੁੰਦਾ ਹੈ ਕਿ ਸਟੂਡੈਂਟਸ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਦੇ ਵਾਂਟ ਮੋਰ, ਸੋ ਦੇਅਰ ਦਿਲ ਇਜ਼ ਮੰਗੇ ਮੋਰ ਐਵਰੀ ਟਾਈਮ। ਸੋ ਇਸ ਤਰ੍ਹਾਂ ਦਾ ਐਜੂਕੇਸ਼ਨ ਫੇਅਰ ਕਰਾਉਣ ਦਾ ਇੱਕੋ ਇੱਕ ਪਰਪਸ ਇਹ ਹੁੰਦਾ ਹੈ ਦੈਟ ਐਜ਼ ਅ ਸਟੂਡੈਂਟ, ਬਿਕੋਜ਼ ਤੁਸੀਂ ਬਹੁਤ ਜ਼ਿਆਦਾ ਐਕਸਾਈਟਮੈਂਟ ਲੈਵਲ, ਤੁਹਾਡਾ ਕੁਐਸਚਨਿੰਗ ਇਜ਼ ਵੈਰੀ ਹਾਈ, ਤਾਂ ਤੁਹਾਡੇ ਕੋਲ ਇੱਕ ਫੇਅਰ ਚਾਂਸ ਹੋਣਾ ਚਾਹੀਦਾ ਸੋ ਦੈਟ ਤੁਸੀਂ ਵੀ ਆਪਣੇ ਮਨ ਨਾਲ ਕਿਸੇ ਯੂਨੀਵਰਸਿਟੀ ਨਾਲ ਜਾ ਕੇ ਗੱਲ ਕਰੋ ਤੇ ਐਕਸਪਲੋਰ ਕਰੋ ਕਿ ਮੇਰੇ ਇੰਟਰਸਟ ਨਾਲ ਇਹ ਫਿੱਟ ਹੋ ਰਹੀ ਹੈ ਜਾਂ ਤੁਸੀਂ ਆਪਣਾ ਫਿਊਚਰ ਉਸ ਯੂਨੀਵਰਸਿਟੀ ਨਾਲ ਜਾਂ ਉਸ ਕੰਟਰੀ 'ਚ ਦੇਖਦੇ ਹੋ ਕਿ ਨਹੀਂ। ਸੋ ਇਸ ਤਰ੍ਹਾਂ ਦਾ ਫੇਅਰ ਕਰਵਾਉਣ ਦਾ ਇਹੀ ਰੀਜ਼ਨ ਹੁੰਦਾ। ਸਾਡੇ ਕੋਲ ਥਰੂ ਆਊਟ ਸਾਰਾ ਸਾਲ ਯੂਨੀਵਰਸਿਟੀਜ਼ ਮੀਟਿੰਗਸ ਹੁੰਦੀਆਂ, ਵਿਜ਼ਿਟ ਹੁੰਦੀਆਂ, ਆਫਿਸ 'ਚ ਵੀ ਵਿਜ਼ਿਟ ਹੁੰਦੇ ਆ, ਅਸੀਂ ਵੀ ਯੂਨੀਵਰਸਿਟੀਜ਼ ਵਿਜ਼ਿਟ ਕਰਦੇ ਹਾਂ। ਬਟ ਹਰ ਵਾਰ ਹਰ ਸਟੂਡੈਂਟ ਨੂੰ ਅਸੀਂ ਮਿਲਾ ਸਕੀਏ, ਉਹਨਾਂ ਦਾ ਇੱਕ ਕਮਿਊਨੀਕੇਸ਼ਨ ਇਸਟੈਬਲਿਸ਼ ਕਰਾ ਸਕੀਏ, ਇਹ ਨਹੀਂ ਹੋ ਪਾਉਂਦਾ। ਤਾਂ ਇਸ ਤਰ੍ਹਾਂ ਅਸੀਂ ਇੱਕ ਦਿਨ ਇਸ ਤਰ੍ਹਾਂ ਦਾ ਫਿਕਸ ਕਰਦੇ ਹਾਂ ਸਾਲ ਦੇ ਵਿੱਚ, 1 ਜਾਂ 2 ਦਿਨ, ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੂੰ ਇਨਵਾਈਟ ਕਰਦੇ ਹਾਂ ਅਤੇ ਬਹੁਤ ਸਾਰੇ ਸਟੂਡੈਂਟਸ ਨੂੰ ਇਨਵਾਈਟ ਕਰਦੇ ਹਾਂ ਤਾਂ ਜੋ ਉਹ ਇੱਕੋ ਪਲੈਟਫਾਰਮ 'ਤੇ ਇੱਕੋ ਰੂਫ ਦੇ ਅੰਡਰ ਆਪਣੇ ਕੁਐਸਚਨਸ ਨੂੰ ਲੈ ਕੇ ਉਹਨਾਂ ਯੂਨੀਵਰਸਿਟੀਜ਼ ਨੂੰ ਮਿਲ ਸਕਣ, ਬਹੁਤ ਸਾਰੀਆਂ ਯੂਨੀਵਰਸਿਟੀਆਂ ਤੋਂ ਕੰਪੇਅਰ ਕਰ ਸਕਣ, ਅਤੇ ਜੇ ਉਹਨਾਂ ਦੇ ਕੋਈ ਆਬਜੈਕਸ਼ਨਸ ਹੈ ਜਾਂ ਉਹਨਾਂ ਦੇ ਕੋਈ ਥਾਟਸ ਹੈ ਜਾਂ ਉਹਨਾਂ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਤੋਂ ਡਾਇਰੈਕਟਲੀ ਪੁੱਛ ਸਕਣ, ਡਾਇਰੈਕਟਲੀ ਉਹਨਾਂ ਨਾਲ ਅਕਰੋਸ ਦਾ ਟੇਬਲ ਮੀਟਿੰਗ ਕਰ ਸਕਣ ਐਂਡ ਇੱਕੋ ਦਿਨ 'ਚ ਬਹੁਤ ਸਾਰੇ ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲ ਜਾਂਦੇ ਆ, ਅਤੇ ਬਹੁਤ ਸਾਰੀਆਂ ਡੈਸਟੀਨੇਸ਼ਨਸ ਅਤੇ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੂੰ ਉਹ ਇੱਕੋ ਵਾਰ 'ਚ ਮਿਲ ਲੈਂਦੇ ਆ, ਜਦੋਂ ਪ੍ਰੋਡਕਟੀਵਿਟੀ ਫॉर दैट डे इज़ बेटर दैन नॉर्मल डे। मैम, ਜਿਹੜਾ 17 ਅਪ੍ਰੈਲ ਨੂੰ ਸਭ ਤੋਂ ਵੱਡਾ ਐਜੂਕੇਸ਼ਨ ਫੇਅਰ ਲੱਗਣ ਜਾ ਰਿਹਾ, ਉਹਦੇ ਬਾਰੇ ਵੀ ਜਾਣਨਾ ਚਾਹਾਂਗੇ ਉਸ ਦਿਨ ਬੇਸਿਕਲੀ ਹੋਊਗਾ ਕੀ? ਓਕੇ, ਤਾਂ ਐਕਸਪਰਟ ਐਜੂਕੇਸ਼ਨ ਐਂਡ ਵੀਜ਼ਾ ਸਰਵਿਸਿਜ਼ ਤੁਹਾਡੇ ਲਈ ਲੈ ਕੇ ਆ ਰਿਹਾ 17 ਅਪ੍ਰੈਲ ਨੂੰ ਸੈਕਟਰ 17 ਹੋਟਲ ਹਯਾਤ सेंट्रिक, ਜਿਹਦੇ ਵਿੱਚ ਕਿ ਗਲੋਬਲ ਐਜੂਕੇਸ਼ਨ ਫੇਅਰ ਹੋ ਰਿਹਾ
ਗਲੋਬਲ ਐਜੂਕੇਸ਼ਨ ਫੇਅਰ ਦਾ ਮਤਲਬ ਹੈ ਕਿ ਉੱਥੇ ਵੱਖ-ਵੱਖ ਦੇਸ਼ਾਂ ਤੋਂ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਬਕਾਇਦਾ ਉੱਥੇ ਸੀਟਡ ਹੋਣਗੇ ਫॉर द ਹੋਲ ਡੇ, ਜਿਹਦੇ ਵਿੱਚ ਕੋਈ ਵੀ ਇਟਸ ਓਪਨ ਡੇ, ਕੋਈ ਵੀ ਸਟੂਡੈਂਟ ਜੋ ਵੀ ਅੰਡਰ ਗ੍ਰੈਡ ਜਾਂ ਪੋਸਟ ਗ੍ਰੈਡ ਜਾਂ ਰਿਸਰਚ ਜਾਂ ਫਿਰ PhD ਲਈ ਆਪਣੇ ਲਈ ਇੱਕ ਫਿਊਚਰ ਦੇਖਦਾ ਹੈ ਕਿ ਮੈਂ ਕਿਸੇ ਅੱਛੀ ਯੂਨੀਵਰਸਿਟੀ 'ਚ ਜਾਵਾਂ, ਕੁਝ ਸਕਾਲਰਸ਼ਿਪਸ ਬਾਰੇ ਪਤਾ ਕਰਾਂ ਜਾਂ ਮੇਰਾ ਐਡਮਿਸ਼ਨ ਹੋ ਸਕਦਾ ਨਹੀਂ ਹੁੰਦਾ, ਜੋ ਵੀ ਉਹਨਾਂ ਦੇ ਕੁਐਸਚਨਸ ਨੇ ਉਹ ਆ ਕੇ ਵਿਜ਼ਿਟ ਕਰ ਸਕਦੇ ਨੇ। ਸਿੰਸ ਦੇ ਆਰ ਸਿਟਿੰਗ ਇਨ ਰੋ ਇਨ ਨੰਬਰ ਆਫ ਟੇਬਲਸ, ਉਹ ਜਾ ਕੇ ਇੱਕ ਤੋਂ ਜ਼ਿਆਦਾ 2 3 4 5 6 ਪੂਰਾ ਦਿਨ ਸਪੈਂਡ ਕਰ ਸਕਦੇ ਆ ਆਪਣੇ ਕੁਐਸਚਨਸ ਨੂੰ ਲੈ ਕੇ, ਤੇ ਉਹ ਇੱਕ ਦਿਨ ਉਹਨਾਂ ਦਾ ਬਿਹਤਰੀਨ ਦਿਨ ਹੋ ਸਕਦਾ ਹੈ ਫॉर ਮੇਕਿੰਗ ਗੁੱਡ ਡਿਸੀਜਨ। ਮੈਮ ਆਮ ਤੌਰ ਤੇ ਮਤਲਬ ਇਹ ਮੰਨਦੇ ਆ ਕਿ ਜਦੋਂ ਐਜੂਕੇਸ਼ਨ ਫੇਅਰ ਹੁੰਦਾ ਮਾਰਕੀਟਿੰਗ ਸਟ੍ਰੈਟਜੀ ਜ਼ਿਆਦਾ ਹੁੰਦੀ ਹੈ, ਸਟੂਡੈਂਟ ਦਾ ਇੰਨੇ ਇੰਟਰਸਟਡ ਨਹੀਂ ਹੁੰਦੇ ਆ, ਸਟੂਡੈਂਟ ਨੂੰ ਬੈਨੀਫਿਟ ਨਹੀਂ ਹੁੰਦਾ, ਤਾਂ ਇਸ ਚੀਜ਼ 'ਚ ਵੀ ਕੋਈ ਮਿੱਥ ਹੈ ਜਾਂ ਫਿਰ ਐਕਚੁਅਲ ਦੇ ਵਿੱਚ ਰਿਐਲਿਟੀ ਹੈ? ਸੋ ਨਾਓ ਤੁਹਾਡੀ ਸਟੇਟਮੈਂਟ ਦੇ ਦੋ ਹਿੱਸੇ ਹੈ। ਪਹਿਲੀ ਇੱਕ ਮਾਰਕੀਟਿੰਗ ਸਟ੍ਰੈਟਜੀ ਹੈ, ਯੈਸ ਇਟ ਇਜ਼ ਅ ਮਾਰਕੀਟਿੰਗ ਸਟ੍ਰੈਟਜੀ, ਇਹਦਾ ਕੋਈ ਝੂਠ ਨਹੀਂ ਹੈ। Because every business need to have clients, every business need to showcase their products. ਤੁਸੀਂ ਕਿਸੇ ਆਮ ਸ਼ੋਰੂਮ ਤੇ mobile is one of the famous amongst the youth, ਤਾਂ ਜਦੋਂ ਤੁਸੀਂ ਵੀ ਕੋਈ ਵੀ XYZ ਬ੍ਰਾਂਡ ਦਾ ਫੋਨ ਲੈਣਾ ਤੁਸੀਂ ਉਹਦੇ ਸ਼ੋਰੂਮ ਤੇ ਜਾਂਦੇ ਹੋ ਨਾ, ਹਾਲਾਂਕਿ ਤੁਸੀਂ ਸਿਰਫ ਇੱਕੋ ਮੋਬਾਈਲ ਖਰੀਦਣਾ ਹੈ but you go and explore 20 of them, ਤੁਸੀਂ 20 ਮੋਬਾਈਲ ਫੋਨ ਉਹਨਾਂ ਤੋਂ ਡੈਮੋ ਲੈ ਕੇ ਦੇਖਦੇ ਹੋ। because why? because you have curiosity, you have questions, ਤੁਸੀਂ ਰਿਸਰਚ ਕਰਨਾ ਹੈ। तो उस तरह का प्रोग्राम तुसी खुद तो यूनिवर्सिटीज़ नूं नहीं बुलाओगे ना, लेट्स अंडरस्टैंड द रैशनल रीजनिंग, तुसी खुद तो यूनिवर्सिटीज़ नूं बुलाओगे नहीं, तुसी कोई होटल बुक नहीं करोगे, बुलाओगे नहीं उन्हां नूं, कौन बुलाएगा? सो वी आर द वन एजुकेशन कंसल्टेंट, बिकॉज साडा तुहाडे नाल भी रिश्ता एज अ स्टूडेंट, साडा यूनिवर्सिटीज़ नाल भी रिश्ता एज अ बिजनेस पार्टनर्स, रिक्रूटमेंट देयर फर्म्स। सो असीं ही एक सुइटेबल ਪਾਰਟੀ ਆ ਇਹ ਟਰਾਈ ਪਾਰਟੀ ਦੇ ਵਿੱਚ, ਜਿਹੜੇ ਕਿ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ। ਵੀ ਗਿਵ ਦੈਮ ਸਪੇਸ ਟੂ ਟਾਕ ਟੂ ਸਟੂਡੈਂਟਸ, ਵੀ ਗਿਵ ਸਟੂਡੈਂਟਸ ਅ ਸਪੇਸ ਟੂ ਕਮ ਐਂਡ ਟਾਕ ਟੂ ਦੈਮ। ਤਾਂ ਇਟ ਇਜ਼ ਅ ਫੇਅਰ ਮਾਰਕੀਟਿੰਗ ਸਟ੍ਰੈਟਜੀ, ਇਟ ਇਜ਼ ਯੈਸ ਇਟ ਇਜ਼ ਅ ਗੁੱਡ ਸਟ੍ਰੈਟਜੀ ਫॉर ਅਸ। ਮੈਮ ਪਰ ਸਟੂਡੈਂਟਸ ਕਿਵੇਂ ਪਤਾ ਲੱਗੂ, ਲਾਈਕ ਅਗਰ ਕੋਈ ਨਾਰਮਲ ਸਟੂਡੈਂਟ ਹੈ ਉਹਨੂੰ ਕਿਵੇਂ ਪਤਾ ਲੱਗੂ ਕਿ ਹਾਂ ਮੈਂ ਐਲੀਜੀਬਲ ਹੈਗਾ ਬਾਹਰ ਜਾਣ ਦੀ ਜਾਂ ਨਹੀਂ ਹੈਗਾ? ਸੋ ਦੈਟ ਇਜ਼ ਆਨਸਰ ਟੂ ਯੋਰ ਸੈਕਿੰਡ ਪਾਰਟ ਆਫ ਇਟ, ਕਿ ਤੁਹਾਨੂੰ ਬੈਨੀਫਿਟ ਹੈਗਾ ਕਿ ਨਹੀਂ। ਹੁਣ ਦੇਖੋ ਮੈਂ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ, ਕੋਈ ਵੀ ਬਿਜ਼ਨਸ ਇਸ ਤਰ੍ਹਾਂ ਦੇ ਕਿਸੇ ਵੀ ਆਈਡੀਆ 'ਚ ਇਨਵੈਸਟ ਨਹੀਂ ਕਰੇਗਾ ਜਿਹਦੇ 'ਚ ਉਹਦੇ ਕਲਾਇੰਟ ਦਾ ਫਾਇਦਾ ਨਾ ਹੋਵੇ। ਤਾਂ ਫਾਇਦਾ ਦੋਨਾਂ ਦਾ ਹੋਣਾ ਚਾਹੀਦਾ, ਤਾਂ ਹੀ ਉਹ ਸਕਸੈਸਫੁਲ ਹੋਏਗਾ। ਤਾਂ ਸਟੂਡੈਂਟਸ ਲਈ ਇਹੀ ਫਾਇਦਾ ਹੈ ਕਿ ਉਹ ਘੱਟ ਟਾਈਮ ਦੇ ਵਿੱਚ, ਜਦੋਂ ਤੁਸੀਂ ਆਪਣਾ ਕਲਾਸ ਪਾਸ ਆਊਟ ਕਰਦੇ ਹੋ ਐਂਡ ਯੂ ਵਾਂਟ ਟੂ ਪ੍ਰੋਗਰੈਸ ਟੂ ਨੈਕਸਟ ਡਿਗਰੀ ਪ੍ਰੋਗਰਾਮ ਔਰ ਯੂਨੀਵਰਸਿਟੀ ਔਰ ਹਾਇਰ ਡਿਗਰੀ ਔਰ ਐਨੀ ਅਦਰ ਪ੍ਰੋਗਰਾਮ, ਤਾਂ ਤੁਹਾਨੂੰ ਤੁਸੀਂ ਕੀ ਕਰੋਗੇ? ਫਿਜ਼ੀਕਲੀ ਤੁਸੀਂ ਜਾ ਕੇ ਹਰ ਯੂਨੀਵਰਸਿਟੀ ਵਿੱਚ ਤਾਂ ਨਹੀਂ ਜਾ ਸਕਦੇ, ਐਂਡ ਜਦੋਂ ਸਪੈਸ਼ਲੀ ਉਹ ਫੋਰਨ ਯੂਨੀਵਰਸਿਟੀ ਹੋਵੇ ਤੁਸੀਂ ਹਰ ਜਗ੍ਹਾ ਦਾ ਵੀਜ਼ਾ ਲੈ ਕੇ ਤਾਂ ਜਾਓਗੇ ਨਹੀਂ। ਤਾਂ ਉਹਦੇ ਲਈ ਬੈਟਰ ਕੀ ਹੈ ਕਿ ਤੁਹਾਨੂੰ ਇੱਕੋ ਜਗ੍ਹਾ ਤੋਂ ਮਿਲੋ। ਤਾਂ ਤੁਸੀਂ ਜਦੋਂ ਸਿਰਫ ਐਜੂਕੇਸ਼ਨ ਕੰਸਲਟੈਂਟ ਤੋਂ ਆ ਕੇ ਪੁੱਛਦੇ ਹੋ, ਤਾਂ ਕਈ ਵਾਰ ਐਜ਼ ਅ ਬਾਇਰ, ਐਜ਼ ਅ ਕੰਜ਼ਿਊਮਰ ਐਂਡ ਐਜ਼ ਅ ਐਂਡ ਯੂਜ਼ਰ ਉਹ ਕੌਨਫੀਡੈਂਸ ਨਹੀਂ ਹੁੰਦਾ। ਇਟਸ ਅ ਹਿਊਮਨ ਨੇਚਰ, ਉਹ ਕੌਨਫੀਡੈਂਸ ਨਹੀਂ ਹੁੰਦਾ ਕਿਉਂਕਿ ਅਸੀਂ ਥਰਡ ਪਾਰਟੀ ਹਾਂ, ਅਸੀਂ ਯੂਨੀਵਰਸਿਟੀ within ourselves नहीं है, ਅਸੀਂ ਉਹਨਾਂ ਦੀ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈ ਬਟ ਵੀ ਆਰ ਨਾਟ ਦੀ ਯੂਨੀਵਰਸਿਟੀ। ਸੋ ਤਾਂ ਉਹਨਾਂ ਨੂੰ ਸੈਕੰਡ ਇੰਸ਼ੋਰੈਂਸ ਲਈ ਉਹਨਾਂ ਦਾ ਦਿਲ ਕਰਦਾ ਕਿ ਠੀਕ ਹੈ ਯੂਨੀਵਰਸਿਟੀ ਦਾ ਆਪਣਾ ਕੋਈ ਰਿਪਰੈਜ਼ੈਂਟੇਟਿਵ, ਆਪਣਾ ਯੂਨੀਵਰਸਿਟੀ ਦਾ ਸਟਾਫ, ਪ੍ਰੋਫੈਸਰ ਕੋਈ ਉਹਨਾਂ ਨੂੰ ਸਾਹਮਣੇ ਤੋਂ ਜਦੋਂ ਇਨਫੋਰਮੇਸ਼ਨ ਦਿੰਦਾ ਤਾਂ ਜ਼ਿਆਦਾ ਸੈਟਿਸਫਾਈ ਹੁੰਦੇ ਹੈ, ਜ਼ਿਆਦਾ ਉਹਨਾਂ ਦਾ ਸੈਟਿਸਫੈਕਸ਼ਨ ਲੈਵਲ ਅਚੀਵ ਹੁੰਦਾ ਹੈ, ਮੇ ਬੀ ਉਹਨਾਂ ਨੂੰ ਜ਼ਿਆਦਾ ਅਥੈਂਟਿਕ ਲੱਗਦੀ ਹੈ ਇਨਫੋਰਮੇਸ਼ਨ। ਸੋ that is how it is more beneficial for them। and ਐਜੂਕੇਸ਼ਨ ਫੇਅਰ ਐਜ਼ ਅ ਇਵੈਂਟ ਇਟ ਇਜ਼ ਮੋਰ ਇੰਪੋਰਟੈਂਟ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਇੱਕੋ ਦਿਨ ਦੇ ਵਿੱਚ ਤੁਸੀਂ ਆਪਣੇ ਮਲਟੀਪਲ targets ਨੂੰ meet ਕਰ ਸਕਦੇ ਹੋ। You can meet multiple people, you can compare multiple universities, you can check for alternative programs। suppose ਤੁਸੀਂ ਕੋਈ ਇੱਕ ਇੰਜੀਨੀਅਰਿੰਗ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਠੀਕ ਹੈ, ਉਹਦੇ ਵਿੱਚ ਕਿਹੜੇ ਇੰਟੀਗ੍ਰੇਟਿਡ ਪ੍ਰੋਗਰਾਮ ਨੇ, ਕਿਹੜੀ ਯੂਨੀਵਰਸਿਟੀਜ਼ ਉਹਨੂੰ ਦਿੰਦੀਆਂ ਤੁਹਾਡੇ ਲਈ ਆਫਰ ਕਰਦੀਆਂ, ਉਹਨਾਂ ਦੀ ਰੈਂਕਿੰਗਸ ਕੀ ਹੈ, ਉਹਨਾਂ ਦਾ ਸਕਾਲਰਸ਼ਿਪ ਪ੍ਰੋਗਰਾਮਸ ਕੀ ਹੈ, ਉਹ ਤੁਹਾਨੂੰ ਕਿੱਦਾਂ ਪਤਾ ਚੱਲਣਗੇ? ਜਾਂ ਤਾਂ ਤੁਸੀਂ ਖੁਦ ਬੈਠ ਕੇ ਰਿਸਰਚ ਕਰੋ, which every student does, but to make it more authenticated, reconfirmation and clearing their doubts, ਇਹ ਇਵੈਂਟ ਬਹੁਤ ਇੰਪੋਰਟੈਂਟ ਹੈ। ਔਰ ਇਹ ਰਾਈਟ ਟਾਈਮ ਇਵੈਂਟ ਅਸੀਂ ਕਰਾ ਰਹੇ ਹਾਂ ਬਿਕਾਜ਼ ਫॉर ਆਲ ਦ ਅੰਡਰ ਗ੍ਰੈਜੂਏਟ ਸਾਰਿਆਂ ਦੇ ਐਗਜ਼ਾਮ ਮਾਰਚ ਫਿਨਿਸ਼ ਹੋ ਜਾਣਗੇ ਐਂਡ 17th April is the right time
to answer those questions. ਇਹੀ ਜੇ ਅਸੀਂ later year 'ਚ ਜਾ ਕੇ ਕਰਾਂਗੇ ਸ਼ਾਇਦ ਉतना helpful ਨਹੀਂ ਹੋਏਗਾ. And similarly for the post grads, ਉਹਨਾਂ ਨੇ ਵੀ ਹੁਣ they are about to finish their post graduation degree ਤੇ ਉਹਨਾਂ ਨੂੰ quickly ਚਾਹੀਦਾ ਹੈ ਕਿ ਅਸੀਂ ਅਗਲਾ ਆਪਣਾ decision ਲਈਏ career ਦਾ ਕਿ ਕੀ ਕਰਨਾ ਹੈ, ਤਾਂ ਉਹਨਾਂ ਲਈ ਇਹ beneficial time ਹੈ. ਮੈਮ ਬਟ ਲਾਈਕ ਨਾਰਮਲ ਸਟੂਡੈਂਟ ਹੁੰਦਾ ਜਿਹੜਾ ਜਾਂ ਆਮ ਤੌਰ ਤੇ ਵੀ ਮੰਨਿਆ ਜਾਂਦਾ ਕਿ ਜੇ 30-40 ਲੱਖ ਰੁਪਏ ਹੈਗਾ ਫਿਰ ਤਾਂ ਫੌਰਨ ਭਾਗ ਜਾਓ, ਨਹੀਂ ਜੇ ਨਹੀਂ ਪੈਸੇ ਨਹੀਂ ਹੈਗੇ ਤਾਂ ਘਰੇ ਬੈਠ ਜਾਓ, ਕੀ ਇਸ ਚਾਹੀਏ ਕਿ ਦੇਖੋ money is important, I will not deny that. No university is going to teach you free. ਉਹ ਇੰਡੀਆ 'ਚ ਵੀ ਨਹੀਂ ਹੁੰਦੀ. ਤੁਸੀਂ ਅੱਜ ਇੱਕ ਨਰਸਰੀ ਦੇ ਬੱਚੇ ਦਾ ਐਡਮਿਸ਼ਨ ਕਰਾਉਣ ਜਾਓ ਤਾਂ ਵੀ ਤੁਹਾਨੂੰ ਲੱਖਾਂ 'ਚ ਰੁਪਏ ਚਾਹੀਦੇ ਹੈ. Sitting in Chandigarh we can confirm that. So higher education, it is not an expense. ਪਹਿਲਾਂ ਤਾਂ ਸਾਨੂੰ ਇਹ ਨਾ ਇੱਕ ਆਪਣੀ ਸੋਚ ਬਦਲਣੀ ਚਾਹੀਦੀ ਹੈ ਵੀ it is not an expense, it is an investment. So 30-40 ਲੱਖ ਇਹ ਜਿਹੜਾ ਆਪਾਂ ਕਹਿ ਰਹੇ ਹਾਂ, it's not always ਕਿ ਸਾਰਾ ਚੱਲ ਹੀ ਜਾਂਦਾ ਹੈ. So there are lot of things ਜਿਹੜਾ ਕਿ ਤੁਹਾਨੂੰ ਇੱਕ right education consultant can tell you ਕਿ how it is used towards your progressing years. ਇਹ ਵੀ ਮੈਂ ਮੰਨਦੀ ਹਾਂ ਕਿ ਕਿਸੇ ਕੋਲ ਘਰ ਆਰਾਮ ਨਾਲ ਇੱਦਾਂ ਥਾਲੀ 'ਚ ਪੈਸੇ ਨਹੀਂ ਰੱਖੇ ਹੁੰਦੇ, but definitely financial planning plays an important role. So when you are a student, ਤੁਹਾਡੇ ਲਈ ਇਹ ਚੀਜ਼ ਥੋੜੀ ਜਿਹੀ ਵੇਅਰਡ ਹੋਏਗੀ, ਮੇਬੀ ਅ ਸ਼ੌਕ ਕਿ 40 ਲੱਖ ਕਿੱਥੋਂ ਆਏਗਾ, 30 ਲੱਖ ਕਿੱਥੋਂ ਆਏਗਾ, ਯੂ ਨੋ ਦੇਰ ਆਰ ਫਿਊ ਥਿੰਗਸ ਜਿਹੜਾ ਇੱਕ ਅੱਛਾ ਸਟੂਡੈਂਟ ਡੈਫੀਨੇਟਲੀ ਐਕਸਪਲੋਰ ਕਰ ਸਕਦਾ ਹੈ. ਨੰਬਰ 1, it is scholarships. By taking those scholarships into your account doesn't only mean financial aid you're supplying to yourself, but also it's a pride. Scholarship ਵੀ ਕਿਹਨੂੰ ਮਿਲੇਗੀ? ਜੋ ਇੱਕ ਸਟੂਡੈਂਟ ਡਿਜ਼ਰਵ ਕਰਦਾ ਹੋਏਗਾ, ਬਿਕੋਜ਼ ਮੋਸਟ ਆਫ ਦ ਸਕੋਲਰਸ਼ਿਪਸ ਮੈਰਿਟ ਬੇਸਿਸ ਹੁੰਦੀਆਂ. ਸੋ ਤੁਸੀਂ ਸਕੋਲਰਸ਼ਿਪਸ ਲੈ ਸਕਦੇ ਹੋ, ਉਹਦੇ ਨਾਲ ਤੁਹਾਡਾ ਯੂ ਨੋ ਐਕਸਪੈਂਸ ਜੋ ਤੁਸੀਂ ਕਹਿ ਰਹੇ ਹੋ ਕਿ ਐਕਸਪੈਂਸ ਹੈ ਉਹ ਤੁਹਾਡਾ ਬਜਟ ਕੱਟ ਜਾਏਗਾ. The second thing is financial planning. It's not on the day one. ਤੁਸੀਂ ਪਹਿਲੇ ਦਿਨ ਹੀ ਜਾ ਕੇ ਸਕੂਲ 'ਚ ਸਾਰੇ ਸਾਲ ਦੀ ਫੀਸ ਨਹੀਂ ਭਰ ਦਿੰਦੇ. ਸੋ ਸਿਮਿਲਰਲੀ ਡਿਗਰੀ ਸਟਾਰਟ ਕਰਦੇ ਤੁਸੀਂ ਸਾਰੇ 3 ਜਾਂ 4 ਸਾਲ ਦੀ ਫੀਸ ਨਹੀਂ ਇਕੱਠੀ ਭਰ ਦਿੰਦੇ. ਸੋ ਇਟ ਹੈਜ਼ ਟੂ ਬੀ ਪਲੈਨਡ. ਸੋ ਉਹਦੀ ਪਲੈਨਿੰਗ ਲਈ ਵੀ ਐਜ਼ ਅ ਕੰਸਲਟੈਂਟ ਹੈਲਪ ਦ ਸਟੂਡੈਂਟ ਐਂਡ ਦੇਅਰ ਪੇਰੈਂਟਸ ਸੋ ਦੈਟ ਉਹ ਈਜ਼ੀਲੀ ਉਹਨੂੰ ਪਲਾਨ ਕਰ ਸਕਣ. ਵਨ, ਫੈਮਿਲੀ ਡੈਫੀਨੇਟਲੀ ਇੰਡੀਆ ਦਾ ਪੈਟਰਨ ਹੈ, ਫੈਮਿਲੀ ਸਪੋਂਸਰ ਕਰਦੀ ਹੈ student ਨੂੰ. Second, we can also help them for scholarships. Third, we can help them with education loans if you don't want to burden your parents partially or fully. And also we can also agar thoda tusi sade kol early stage cha jao, we can also help you to organize your financial documents. तो ਉਹਦੇ ਨਾਲ ਚੀਜ਼ਾਂ ਬਹੁਤ easy ਹੋ ਜਾਂਦੀਆਂ. ਬਾਕੀ ਇਹ ਸਭ ਮਿਥ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਬਟ ਮੈਮ ਇਹ ਵੀ ਮੰਨਿਆ ਜਾਂਦਾ ਕਿ ਆਮ ਤੌਰ ਤੇ ਲੋਕਾਂ ਦਾ ਵੀਜ਼ਾ ਮੋਸਟਲੀ ਕੰਟਰੀ ਜਿਵੇਂ ਕੈਨੇਡਾ ਇਨੀਸ਼ੀਅਲੀ ਵੀਜ਼ਾ ਐਕਸੈਪਟ ਨਹੀਂ ਕਰ ਰਿਹਾ ਲੋਕਾਂ ਦਾ, ਜਾਂ ਕਈ ਕੰਟਰੀਜ਼ ਨੇ ਜਿਹੜੇ ਐਕਸੈਪਟ ਨਹੀਂ ਹੋ ਰਹੇ ਵੀਜ਼ਾ ਹੁਣ. ਪਰ ਜੇ ਸਿਚੁਏਸ਼ਨ ਦੇਖੀਏ ਮਿਡਲ ਈਸਟ ਵਾਰ ਵੀ ਚੱਲ ਰਿਹਾ ਤਾਂ ਇਹ ਸਿਚੁਏਸ਼ਨ ਨਾਲ ਲੋਕ ਪ੍ਰੈਫਰ ਨਹੀਂ ਕਰ ਰਹੇ ਬਾਹਰ ਜਾਣਾ, ਤਾਂ ਇਹ ਚੀਜ਼ ਫਿਰ ਸਟੂਡੈਂਟ ਬਾਹਰ ਕਿਉਂ ਜਾਵੇ? ਓਕੇ, ਸਟੂਡੈਂਟ ਬਾਹਰ ਸਿਰਫ ਇਸ ਲਈ ਜਾਵੇ ਕਿ ਉਹਦਾ ਵੀਜ਼ਾ 100% ਹੋ ਜਾਏਗਾ ਇਜ਼ ਨਾਟ ਅ ਗੁੱਡ ਰੀਜ਼ਨ. ਸਟੂਡੈਂਟ ਬਾਹਰ ਇਸ ਲਈ ਜਾਂਦਾ ਬਿਕੋਜ਼ ਉਹਨੇ ਇੱਕ ਐਕਸਪੋਜ਼ਰ ਲੈਣਾ ਹੈ, ਉਹਨਾਂ ਨੇ ਇੱਕ ਸਕਿੱਲ ਸੈਟ ਡਿਵੈਲਪ ਕਰਨਾ ਹੈ ਵਿਚ ਇਨ ਅ ਕੰਟਰੀ ਲਾਈਕ ਆਰਸ ਜਿਹੜੀ ਅਸੀਂ ਹੈਵੀਲੀ ਪੋਪੂਲੇਟਿਡ ਕੰਟਰੀ ਹੈ, ਸਾਡੇ ਰਿਸੋਰਸਿਸ ਅਜੇ ਉਨੇ ਕੀ ਜ਼ਿਆਦਾ ਐਕਸੈਸਿਬਲ ਨਹੀਂ ਹੈਗੇ. ਅੱਜ ਦੀ ਡੇਟ 'ਚ ਇਫ ਐਨੀਵਨ ਵਾਂਟਸ ਟੂ ਟੇਕ ਐਡਮਿਸ਼ਨ ਇਨ MBBS ਔਰ ਇੰਜੀਨੀਅਰਿੰਗ, MBA ਔਰ ਮੈਨੀ ਅਦਰ ਪ੍ਰੋਗਰਾਮਸ, ਈਜ਼ੀਲੀ ਸੀਟਸ ਅਵੇਲੇਬਲ ਨਹੀਂ ਹੁੰਦੀਆਂ. ਤਾਂ ਕੀ ਅਸੀਂ ਵੇਟ ਕਰਾਂਗੇ ਬੈਠ ਕੇ ਕਿ ਸਾਡੀ ਕੰਟਰੀ ਡਿਵੈਲਪ ਹੋਏਗੀ, 4 ਕਾਲਜਿਸ ਹੋਣਗੇ, ਹੋਰ ਸੀਟਸ ਹੋਣਗੀਆਂ, ਫਿਰ ਅਸੀਂ ਡਿਗਰੀ ਕਰਾਂਗੇ? ਨੋ, ਯੂ ਕਾਂਟ. ਤੁਹਾਨੂੰ ਇਮੀਡੀਏਟਲੀ ਆਪਣੇ ਆਪ ਨੂੰ ਪ੍ਰੋਗਰੈਸ ਕਰਨਾ ਹੀ ਹੈ. ਐਂਡ ਅੱਜ ਕੱਲ੍ਹ ਤਾਂ ਵੈਸੇ ਵੀ ਅਸੀਂ ਹਰ ਚੀਜ਼ ਦੇਖੋ ਗਲੋਬਲ ਪਲੇਟਫਾਰਮ 'ਤੇ ਦੇਖਦੇ ਹਾਂ. we are moving towards global citizenship, ਜਿੱਥੇ ਤੁਸੀਂ ਕਿਸੇ ਕੰਟਰੀ ਨਾਲ ਸਿਰਫ ਨਹੀਂ ਯੂ ਨੋ ਤੁਸੀਂ ਰਿਸਟ੍ਰਿਕਟਡ ਨਹੀਂ ਹੋ, ਤੁਸੀਂ ਲਰਨ ਕਰਨ ਬਾਹਰ ਜਾ ਸਕਦੇ ਹੋ, ਤੁਸੀਂ ਕੰਮ ਕਰਨ ਬਾਹਰ ਜਾ ਸਕਦੇ ਹੋ, ਯੂ ਟਰੈਵਲ ਫॉर योर ਲੈਜਰ, ਯੂ ਟਰੈਵਲ ਫॉर ਮੈਨੀ ਅਦਰ ਥਿੰਗਸ. ਸੋ ਆਪਣੀ ਪੜ੍ਹਾਈ ਲਈ ਬਾਹਰ ਜਾਣਾ ਇਜ਼ ਅ ਗੁੱਡ ਚੋਇਸ. ਔਰ ਐਂਸ਼ੀਅੰਟ ਕਲਚਰ 'ਚ ਵੀ ਤੁਸੀਂ ਦੇਖੋਗੇ ਇੱਕ ਏਜ ਤੋਂ ਬਾਅਦ ਪੇਰੈਂਟਸ ਆਪਣੇ ਬੱਚਿਆਂ ਨੂੰ ਘਰ ਤੋਂ ਦੂਰ ਭੇਜਦੇ ਸੀ ਪੜ੍ਹਨ ਲਈ, ਮੇ ਇਟ ਬੀ ਗੁਰੂਕੁਲ ਔਰ ਐਨੀ ਅਦਰ ਇੰਸਟੀਟਿਊਸ਼ਨ ਆਫ ਦੈਟ ਟਾਈਮ. ਤਾਂ ਇਟਸ ਅ
it's embedded in our culture, civilizations, not only India but other countries also. तो learningly you have to step out always. ਘਰ ਬੈਠ ਕੇ ਤੁਹਾਨੂੰ ਕਦੀ ਕੁਛ ਨਹੀਂ ਸਾਰਾ ਕੁਝ ਕੰਪਲੀਟ ਮਿਲੇਗਾ। ਪਰ ਮੈਮ ਜੈਸੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਮੋਸਟਲੀ ਕੇਸ ਦੇਖੇ ਕਿ ਲੋਕ ਖੇਤ ਵੇਚ ਦਿੰਦੇ ਨੇ, ਆਪਣੀ ਜ਼ਮੀਨਾਂ ਵੇਚ ਦਿੰਦੇ, ਬਾਹਰ ਚਲੇ ਜਾਂਦੇ ਨੇ, ਤੇ ਪਿੱਛੇ ਜੇ ਮਤਲਬ ਮੀਡੀਆ ਤੇ ਮੈਂ ਤਾਂ ਸੋਸ਼ਲ ਮੀਡੀਆ ਤੇ ਬਹੁਤ ਦੇਖਿਆ ਕਿ ਫਿਰ ਇਦਾਂ ਦੀਆਂ ਰੀਲਸ ਵੀ ਚੱਲੀਆਂ ਕਿ ਹਾਂ ਬਾਹਰ ਕੁਝ ਨਹੀਂ ਪਿਆ, ਵਾਪਸ ਆ ਗਏ, ਘਰ ਦੇ ਘਰ ਬਰਬਾਦ ਹੋ ਗਏ। ਤਾਂ ਤੁਸੀਂ ਤਾਂ ਤੁਸੀਂ ਐਜ਼ ਕੰਸਲਟੈਂਟ ਨਹੀਂ ਤੇ ਜ਼ਮੀਨ ਇਸ ਲਈ ਵੇਚ ਦਿੰਦੇ ਆ ਕਿਉਂਕਿ ਜਦੋਂ ਉਹਨਾਂ ਕੋਲ ਪੈਸੇ ਹੁੰਦੇ ਆ ਜ਼ਮੀਨ ਖਰੀਦਦੇ ਆ ਨਾ, ਤੇ ਡੂ ਇਟ। ਸਾਡੇ ਕਿਸੇ ਕੋਲ ਵੀ ਅੱਜ ਪੈਸੇ ਹੋਣਗੇ ਤਾਂ ਸਭ ਤੋਂ ਪਹਿਲਾਂ ਆਈ ਐਮ ਆਲਸੋ ਪੰਜਾਬੀ, ਚਾਰ ਪੈਸੇ ਘਰ ਹੁੰਦੇ ਬੰਦਾ ਕਹਿੰਦਾ ਜ਼ਮੀਨ ਲੈ ਲੈਂਦੇ ਆ, ਹਾਂਜੀ ਹਾਂਜੀ, ਹੈ ਨਾ। ਸੋ ਦੈਟ ਇਜ਼ ਇਟ। ਸੋ ਐਨੀ ਪ੍ਰੋਪਰਟੀ, ਐਨੀ ਲੈਂਡ ਔਰ ਐਨੀ ਅਦਰ ਫਾਰਮ ਆਫ ਇਨਵੈਸਟਮੈਂਟ ਇਜ਼ ਯੋਰ ਐਸੈਟ। ਤੇ ਐਸੈਟ ਇਨਸਾਨ ਆਪਣੇ ਫਿਊਚਰ ਲਈ ਬਣਾ ਕੇ ਰੱਖਦਾ ਕਿ ਸਾਨੂੰ ਫਿਊਚਰ 'ਚ ਲੋੜ ਪਏਗੀ। ਕਿਸੇ ਨੇ ਵਿਆਹ ਕਰਨ ਲਈ ਉਹਨੂੰ ਯੂਜ਼ ਕਰਨਾ ਹੁੰਦਾ, ਕਿਸੇ ਨੇ ਐਜੂਕੇਸ਼ਨ ਲਈ ਕਰਨਾ ਹੁੰਦਾ, ਕਿਸੇ ਨੇ ਪਾਸ ਔਨ ਕਰਨੀ ਹੁੰਦੀ ਹੈ ਲੈਗੇਸੀ ਆਪਣੇ ਬੱਚਿਆਂ ਨੂੰ। ਤਾਂ ਐਜੂਕੇਸ਼ਨ ਇਜ਼ ਮੋਸਟ ਇੰਪੋਰਟੈਂਟ phase of your life. This is a phase where you are not only investing your efforts, ਤੁਸੀਂ ਆਪਣੀ ਸੋਚ ਸਮਝ ਨਾਲ ਨਹੀਂ, ਤੁਹਾਡੇ ਪੇਰੈਂਟਸ ਦੇ ਐਫਰਟ, ਪੈਸਾ ਸਭ ਇਨਵੈਸਟ ਹੁੰਦਾ ਬਿਕਾਜ਼ ਇਹ ਫਾਊਂਡੇਸ਼ਨ ਹੈ। ਇਹਦੇ ਬੇਸਿਸ ਤੇ ਯੂ ਬਿਲਡ ਅ ਹਿਊਮਨ ਬੀਇੰਗ ਇਨ ਯੋਰ ਸੈਲਫ, ਯੂ ਬਿਲਡ ਅ ਲਾਈਫ ਫॉर योर ਸੈਲਫ ਐਂਡ ਅ ਲਾਈਫ ਫॉर योर ਫੈਮਿਲੀ ਐਂਡ ਫॉर योर ਫਿਊਚਰ ਫੈਮਿਲੀ, ਤੁਹਾਡੇ ਬੱਚਿਆਂ ਲਈ ਜਾਂ ਕਿਸੇ ਲਈ ਵੀ। ਤਾਂ ਇਸ ਲਈ ਫਾਊਂਡੇਸ਼ਨ ਸਾਊਂਡ ਹੋਣੀ ਜ਼ਰੂਰੀ ਹੈ। ਇਹਦੇ ਲਈ ਜੇ ਆਪਾਂ ਥੋੜੀ ਇਨਵੈਸਟਮੈਂਟ ਕਰਦੇ ਹਾਂ ਤਾਂ ਠੀਕ ਹੈ। ਇਫ ਯੂਰ ਬਹੁਤ ਸਾਰੇ ਪੇਰੈਂਟਸ ਸਭ ਜ਼ਮੀਨ ਨਹੀਂ ਵੇਚਦੇ, ਬਹੁਤ ਸਾਰੇ ਪੇਰੈਂਟਸ ਜਦੋਂ ਉਹਨਾਂ ਦਾ ਬੱਚਾ ਮੇ ਬੀ ਐਲੀਮੈਂਟਰੀ ਸਕੂਲ 'ਚ ਹੁੰਦਾ ਉਦੋਂ ਤੋਂ ਹੀ ਸੇਵਿੰਗ ਕਰਨਾ ਸ਼ੁਰੂ ਕਰ ਦਿੰਦੇ ਆ। ਸਮਟਾਈਮਸ ਜਦੋਂ ਕਿਸੇ ਨੂੰ ਪਤਾ ਹੁੰਦਾ ਕਿ ਅਸੀਂ ਫੋਰਨ ਹੈ, ਬਿਕਾਜ਼ ਵੀ ਅਸੀਂ ਮਿਲਦੇ ਹਾਂ ਪੇਰੈਂਟਸ ਨੂੰ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਅਗਲੇ 2 ਸਾਲ ਬਾਅਦ ਪ੍ਰੋਬੇਬਲੀ ਵੀ ਲੁੱਕ ਫਾਰਵਰਡ ਕਿ ਸਾਡਾ ਬੱਚਾ ਐਸਪਾਇਰ ਕਰਦਾ ਇਸ ਚੀਜ਼ ਲਈ, ਉਹ ਉਦੋਂ ਤੋਂ ਹੀ ਆਪਣੇ ਫੰਡਸ ਨੂੰ ਮੈਨੇਜ ਕਰਨਾ ਸ਼ੁਰੂ ਕਰ ਦਿੰਦੇ ਨੇ। ਤਾਂ ਦੈਟ ਇਜ਼ ਵਾਟ ਆਈ ਕਾਲ ਫਾਈਨੈਂਸ਼ੀਅਲ ਪਲੈਨਿੰਗ। ਤਾਂ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਟਾਈਮ ਰਹਿੰਦੇ ਕਰ ਸਕਦੇ ਹੋ ਵਿਦਾਊਟ ਬ੍ਰੇਕਿੰਗ ਯੋਰ ਸੇਵਿੰਗਸ ਐਂਡ ਬੈਂਕਸ। ਤੇ ਮੈਮ ਬੇਸਿਕਲੀ ਉਹ ਬੱਚੇ ਕੀ ਕਰਨ, ਲਾਈਕ ਇੱਕ ਵਾਰ ਵੀਜ਼ਾ ਚਲਾ ਗਿਆ, ਉਹਨਾਂ ਨੇ ਸਟੱਡੀ ਕਰ ਲਈ, ਉਹਨਾਂ ਦਾ ਕੋਰਸ ਪੂਰਾ ਹੋ ਗਿਆ, ਤਾਂ ਕਹਿੰਦੇ ਵਰਕ ਉਹਨਾਂ ਨੂੰ ਸ਼ਾਇਦ ਇੰਨਾ ਛੇਤੀ ਨਹੀਂ ਮਿਲਦਾ ਜਿੰਨਾ ਸਟੱਡੀ ਦੇ ਵਿੱਚ ਤਾਂ ਹਰੇਕ ਬੰਦੇ ਨੂੰ ਕੋਰਸ ਕਰ ਲੈਂਦੇ ਆਪਣਾ, ਪਰ ਉਹ ਜਦੋਂ ਵਰਕ ਦੀ ਵਾਰੀ ਆਉਂਦੀ ਸ਼ਾਇਦ ਉਹਨਾਂ ਨਹੀਂ ਮਿਲਦਾ, ਵਾਪਸ ਆਉਣਾ ਪੈ ਜਾਂਦਾ। ਤਾਂ ਇੱਦਾਂ ਦੇ ਵੀ ਕੇਸਿਸ ਆਉਂਦੇ ਆ। ਓਕੇ, ਇਹਦੇ ਵਿੱਚ ਦੇਖੋ ਡੋਮੈਸਟਿਕ ਐਜੂਕੇਸ਼ਨ ਇਜ਼ ਡਿਫਰੈਂਟ ਫਰੋਮ ਇੰਟਰਨੈਸ਼ਨਲ ਐਜੂਕੇਸ਼ਨ। ਇੰਟਰਨੈਸ਼ਨਲ ਐਜੂਕੇਸ਼ਨ 'ਚ ਮੋਸਟਲੀ ਡਿਗਰੀਜ਼ ਜਿਹੜੀਆਂ ਉਹਦਾ ਐਕ੍ਰੀਡੇਸ਼ਨ ਹੁੰਦਾ ਹੈ, ਦੈਨ ਦੇ ਆਰ ਅਪਰੂਵਡ ਬਾਈ ਸਰਟਨ ਬੋਰਡਸ ਐਂਡ ਉਹਦਾ ਮਾਰਕੀਟ ਦੇ ਨਾਲ ਜਿਹੜਾ ਸਕਿੱਲ ਮੈਪਿੰਗ ਹੁੰਦੀ ਹੈ, ਗੈਪਸ ਉਸ ਕੰਟਰੀ ਦੇ ਉਹ ਮੈਪ ਹੁੰਦੇ ਨੇ, ਉਸ ਦੇ ਹਿਸਾਬ ਨਾਲ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਹਮੇਸ਼ਾ ਮਿਲਦਾ। ਮੋਸਟ ਆਫ ਦ ਕੰਟਰੀਜ਼, ਮੋਸਟ ਆਫ ਦ ਪ੍ਰੋਗਰਾਮਸ ਯੂ ਗੈਟ ਇਟ। ਜਿਹਦੇ 'ਚ ਨਹੀਂ ਮਿਲਣਾ ਉਹਦੇ 'ਚ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਕਿ ਨਹੀਂ ਮਿਲਣਾ। ਫੋਰ ਐਗਜ਼ਾਮਪਲ ਕੋਈ ਡਿਪਲੋਮਾ ਪ੍ਰੋਗਰਾਮ ਹੈ, ਕੋਈ ਪ੍ਰਾਈਵੇਟ ਇੰਸਟੀਟਿਊਸ਼ਨ ਹੈ ਜਿਹੜਾ ਐਕ੍ਰੀਡੇਟਿਡ ਪ੍ਰੋਗਰਾਮ ਨਹੀਂ ਪੜ੍ਹਾ ਰਿਹਾ, ਜੇ ਤੁਸੀਂ ਇਨਰੋਲਮੈਂਟ ਤੋਂ ਪਹਿਲਾਂ ਹੀ ਉਸ ਚੀਜ਼ ਨੂੰ, ਜਿਵੇਂ ਹੁਣ ਇਹ ਫੇਅਰ ਹੋ ਰਿਹਾ ਹੈ ਐਜੂਕੇਸ਼ਨ ਫੇਅਰ, ਇਹਦੇ 'ਚ ਤੁਸੀਂ ਯੂਨੀਵਰਸਿਟੀ ਨਾਲ ਜਾਂ ਮੇਰੇ ਨਾਲ ਐਜ਼ ਅ ਕੰਸਲਟੈਂਟ ਗੱਲ ਕਰੋਗੇ, ਆਈ ਵਿਲ ਟੈਲ ਯੂ ਇਨ ਐਡਵਾਂਸ ਕਿ ਇਹ ਡਿਗਰੀ ਹੈ, ਇਹ ਐਕ੍ਰੀਡੇਟਿਡ ਹੈ, ਇਹਦੇ ਬਾਅਦ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ, ਜਾਂ ਤੁਸੀਂ ਇਸ ਤੋਂ ਬਾਅਦ ਤੁਹਾਨੂੰ 2 ਸਾਲ 3 ਸਾਲ ਜਾਂ ਐਨੀ ਅਦਰ ਟਰਮ ਐਨੀ ਅਦਰ ਟਰਮ ਇਨ ਐਨੀ ਅਦਰ ਕੰਟਰੀ ਜਾਂ ਕੋਈ ਵੀ ਤੁਹਾਨੂੰ ਉਹ ਪੋਸਟ ਸਟੱਡੀ ਵਰਕ ਰਾਈਟਸ ਮਿਲਣਗੇ। ਪੋਸਟ ਸਟੱਡੀ ਵਰਕ ਰਾਈਟਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਨੌਕਰੀ ਹੱਥ ਤੇ ਆ ਗਈ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹ ਸਰਟਨ ਪੀਰੀਅਡ 'ਚ ਇਸ ਦੇਸ਼ ਵਿੱਚ ਰਹਿ ਕੇ ਜੌਬ ਕਰ ਸਕਦੇ ਹੋ। ਬਟ ਜੌਬ ਮੈਨੂੰ ਕਿਹਦੇ ਤੇ ਮਿਲੇਗੀ? ਮੇਰੇ ਸਕਿੱਲ ਸੈੱਟ ਤੇ ਮੇਰੇ ਐਫਰਟ ਤੇ। ਮੈਂ ਜਾ ਕੇ ਆਪਣੇ ਆਪ ਨੂੰ ਘਰ 'ਚ ਬੰਦ ਕਰ ਲੂੰਗੀ ਤਾਂ ਕੋਈ ਮੈਨੂੰ ਜੌਬ ਨਹੀਂ ਦੇਗਾ। ਡੈਫੀਨੇਟਲੀ ਆਈ ਹੈਵ ਟੂ ਗੋ। ਹਾਂ, ਇੰਸਟੀਟਿਊਸ਼ਨਸ ਪਲੇ ਅ ਵੈਰੀ ਇੰਪੋਰਟੈਂਟ ਰੋਲ, ਕਿਉਂਕਿ ਜਦੋਂ ਤੁਸੀਂ ਇੱਕ ਅੱਛੇ ਇੰਸਟੀਟਿਊਸ਼ਨ ਤੋਂ ਪੜ੍ਹਦੇ ਹੋ, ਤੁਸੀਂ ਇੱਕ ਸੁਈਟੇਬਲ ਪ੍ਰੋਗਰਾਮ ਪੜ੍ਹਦੇ ਹੋ ਅਕੋਰਡਿੰਗ ਟੂ ਡਿਮਾਂਡ। ਡੈਫੀਨੇਟਲੀ ਤੁਹਾਡੀਆਂ ਇਨ ਕੈਂਪਸ ਪਲੇਸਮੈਂਟਸ ਵੀ ਹੁੰਦੀਆਂ, ਕੋਆਪ ਪ੍ਰੋਗਰਾਮਸ ਵੀ ਹੁੰਦੇ ਆ, ਐਂਡ ਜਿਹੜੀਆਂ ਇੰਡਸਟਰੀਜ਼ ਜਾਂ ਕੰਪਨੀਜ਼ ਅਟੈਚਡ ਹੁੰਦੀਆਂ ਯੂਨੀਵਰਸਿਟੀਜ਼ ਨਾਲ ਫॉर ਵੇਰੀਅਸ ਪ੍ਰੋਜੈਕਟਸ, ਉਹ ਹਾਇਰ ਵੀ ਕਰਦੀਆਂ ਉੱਥੋਂ। ਤਾਂ ਹਰ ਯੂਨੀਵਰਸਿਟੀ ਆਪਣਾ ਇੱਕ ਨੰਬਰ ਪਬਲਿਸ਼ ਕਰਦੀ ਹੈ, ਪਲੇਸਮੈਂਟ ਕਿੰਨਾ ਪਰਸੈਂਟ ਹੈਗਾ ਉਹਨਾਂ ਦਾ, ਜਿਹੜਾ ਕਿ ਉਹਦੀ ਰੈਂਕਿੰਗ ਕੀ ਹੈ, ਉਹਦਾ ਸੈਟਿਸਫੈਕਸ਼ਨ ਰੈਂਕ ਕੀ ਹੈ, ਉਹਦਾ ਸਸਟੇਨੇਬਿਲਿਟੀ ਰੈਂਕ ਕੀ ਹੈ, ਉਹਦਾ ਪਲੇਸਮੈਂਟ ਰੈਂਕ ਕੀ ਹੈ, ਸਟੂਡੈਂਟ ਹੈਪੀਨੈਸ, ਆਲ ਦੈਟ ਪੈਰਾਮੀਟਰਸ, ਨੰਬਰ ਆਫ ਪੈਰਾਮੀਟਰਸ, ਯੂਨੀਵਰਸਿਟੀਜ਼ ਦੀ ਰੈਂਕਿੰਗ ਹੁੰਦੀ ਹੈ। ਇਹ ਸਾਰਾ ਹੋਮਵਰਕ ਤੁਸੀਂ ਪਹਿਲਾਂ ਕਰ ਸਕਦੇ। ਤੁਹਾਨੂੰ 3 ਜਾਂ 4 ਸਾਲ ਲਗਾ ਕੇ ਫਿਰ ਇਹ ਅੰਡਰਸਟੈਂਡ ਕਰਨਾ ਕਿ ਇਹ ਪ੍ਰੋਗਰਾਮ ਮੇਰੇ ਲਈ ਠੀਕ ਨਹੀਂ ਸੀਗਾ, ਜ਼ਰੂਰਤ ਨਹੀਂ ਹੈ।
ਅੱਜ ਦੀ ਡੇਟ 'ਚ ਇੰਨਾ ਹੀ ਕਿ ਪੈਰਾਮੀਟਰ ਸਿਸਟਮਸ ਐਂਡ ਸਰਵੇਅਰ ਕੰਪਨੀਜ਼ ਇਨਵੋਲਵਡ ਹੈ ਇਹਦੇ ਵਿੱਚ, ਜਿਹੜੀਆਂ ਤੁਹਾਨੂੰ ਇਹ ਇਨਫੋਰਮੇਸ਼ਨ ਕਰਕੇ ਹੋਮਵਰਕ ਕਰਕੇ ਦੇ ਰਹੀਆਂ। ਯੂ ਕੈਨ ਰਿਲਾਈ ਔਨ ਦ ਰਿਲਾਇਬਲ ਸੋਰਸਿਸ ਐਂਡ a right consultant is also a reliable source. ਬਿਲਕੁਲ ਮੈਮ ਪਰ ਐਜ਼ ਅ ਸਟੂਡੈਂਟ ਲਈ ਸਭ ਤੋਂ ਬੈਸਟ ਕੀ ਰਹਿੰਦਾ ਹੈ? ਆਫਟਰ +2 ਉਹਨੂੰ ਜਾਣਾ ਚਾਹੀਦਾ ਹੈ, ਅੰਡਰ ਗ੍ਰੈਜੂਏਸ਼ਨ ਕੋਰਸ ਤੋਂ ਬਾਅਦ ਜਾਣਾ ਚਾਹੀਦਾ ਹੈ, ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਚਾਹੀਦਾ ਹੈ? Okay, this is tricky. See, a student ਦੀ ਆਪਣੀ choice ਹੈ. It also depends on what program, what career you are trying to build for yourself, and also family ਦੀ readiness. ਇਹਦੇ 'ਚ ਕੋਈ standard formula ਨਹੀਂ ਹੈ ਕਿ ਕਿਸੇ ਨੂੰ 12th ਤੋਂ ਬਾਅਦ ਜਾਣਾ ਚਾਹੀਦਾ। ਜ਼ਿਆਦਾਤਰ ਲੋਕ 12th ਤੋਂ ਬਾਅਦ ਇਸ ਲਈ ਜਾਂਦੇ ਆ because ਉਹ legally they are adults. They can take care of themselves. ਉਹ ਇਕੱਲੇ ਰਹਿ ਸਕਦੇ ਆ, ਅੰਡਰ 18 ਵੀ ਜਾ ਸਕਦੇ ਆ ਪੜ੍ਹਨ ਲਈ, we can send, ਬਟ ਉਹਦੇ ਲਈ ਫਿਰ ਉਹਨਾਂ ਨੂੰ guardianship ਕੋਈ ਨਾਲ ਅਕੰਪਨੀ ਕਰੇ, ਐਂਡ ਦੈਟਸ ਵੈਰੀ ਐਕਸਪੈਂਸਿਵ ਪੈਕੇਜ ਫॉर ਇੰਡੀਅਨ ਫੈਮਲੀਜ਼। ਸੋ ਲੋਕ ਜ਼ਿਆਦਾਤਰ ਉਹਨੂੰ ਨਹੀਂ ਚੂਜ਼ ਕਰਦੇ, ਬਟ ਦੇਰ ਆਰ ਫੈਮਲੀਜ਼ ਜਿਹੜੇ ਅੰਡਰ 18 ਨੂੰ ਵੀ ਭੇਜਦੇ ਆ, ਸਕੂਲਿੰਗ ਲਈ ਵੀ ਭੇਜਦੇ ਆ ਬਾਹਰ। ਬਟ ਯੈਸ, ਟੋਟਲੀ ਡਿਪੈਂਡ ਔਨ योर ਚੋਇਸ, ਤੁਸੀਂ ਕਿਸ ਤਰ੍ਹਾਂ ਦਾ ਕਰੀਅਰ ਬਿਲਡ ਕਰਨਾ ਹੈ, ਕਿ ਉਹ ਪ੍ਰੋਗਰਾਮ ਤੁਹਾਨੂੰ ਇੰਡੀਆ ਵਿੱਚ ਵਧੀਆ ਮਿਲ ਰਿਹਾ ਹੈ ਜਾਂ ਤੁਹਾਨੂੰ ਅਬਰੋਡ ਵਧੀਆ ਮਿਲ ਰਿਹਾ ਹੈ। ਸਪੈਸ਼ਲੀ I will not take it away from this discussion. NEET is one thing. NEET ਵਿੱਚ ਹਰ ਬੱਚੇ ਦਾ ਰੈਂਕ ਨਹੀਂ ਆਉਂਦਾ। There are many reasons, we all know ਕਿਉਂ ਨਹੀਂ ਆਉਂਦਾ। ਅੱਛਾ ਸਕੋਰ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਸੀਟ ਨਹੀਂ ਮਿਲਦੀ, ਤੋ ਕਿ ਉਹ ਕੀ ਕਰਨ ਫਿਰ? ਉਹ ਬੈਠੇ ਥੋੜੀ ਰਹਿਣਗੇ ਘਰ। ਉਹ ਕਿਤੇ ਕਿਸੇ ਉਹਨਾਂ ਨੂੰ ਜੇ ਇੱਥੇ ਸੀਟ ਨਹੀਂ ਮਿਲ ਰਹੀ ਟੌਪ ਇੰਸਟੀਟਿਊਸ਼ਨਸ, they can go. I have example to quote. 595 score, general category student, super medical student, did not get seat. 96.5% 12th grade score, did not get seat. So what we did, we sent her for a medical program in a university in Australia. We also applied for scholarship for her, although nursing program scholarship nahi hundi, but she got 20% scholarship. She was also student ambassador selected by state of that university, the government body, the Study Adelaide, I'll mention here, the government body. They selected her student ambassador for 1 year. ਉਹਦੀ to and fro 1 year ਦੀ ticket ਉਹਨਾਂ ਨੇ sponsor ਕੀਤੀ। The moment she landed, ਉਹਦੇ account ਵਿੱਚ $2000 credit ਹੋਏ because she was a deserving. So ਇੱਕ deserving candidate ਨੂੰ ਜੇ ਇੱਕ ਦਰਵਾਜ਼ਾ ਬੰਦ ਹੋ ਗਿਆ, ਇਹਦਾ ਮਤਲਬ ਇਹ ਨਹੀਂ ਕਿ they cannot try another door. Those students are also deserving candidates ਜਿਹੜੇ ਇੱਥੇ ਪੜ੍ਹਦੇ ਨੇ, and those who cannot get seats or did not get that opportunity to progress in their own choice of programs or own field they want to pursue, they can definitely look outside the country, across the borders. ਮੈਂ ਮਾਰਕੀਟ ਦੇ ਵਿੱਚ ਪਹਿਲਾਂ ਇਹ ਵੀ ਗੱਲ ਉੱਡੀ, ਜਿਵੇਂ ਬਹੁਤ ਫੇਕ ਏਜੰਟਸ ਪੰਜਾਬ ਗਵਰਨਮੈਂਟ ਵੱਲੋਂ ਵੀ ਇੱਕ ਚਲਾਇਆ ਗਿਆ ਸੀ ਕਿ ਬਹੁਤ ਫੇਕ ਏਜੰਟਸ ਬੈਠੇ ਸੀ ਮਾਰਕੀਟ ਵਿੱਚ, ਜਿਨ੍ਹਾਂ ਬਹੁਤ ਬੱਚਿਆਂ ਦਾ ਨੁਕਸਾਨ ਵੀ ਹੋਇਆ। ਇਮੀਗ੍ਰੇਸ਼ਨ ਵੀ ਆਪਾਂ ਦੇਖਦੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਟ ਕੰਪਨੀਜ਼ ਵੀ ਨੇ, ਤਾਂ ਐਕਸਪਰਟ ਐਜੂਕੇਸ਼ਨ ਵੀਜ਼ਾ ਉਹਨਾਂ ਵਿੱਚ ਆਪਣੇ ਆਪ ਟਰਸਟ ਕਿਵੇਂ ਬਿਲਡ ਕਰਦਾ? Expert Education and Visa Services is a 23-year-old brand, and we are serving the students from last 2.5 decades almost. We are authorized agents by most of the universities across the globe. Student ਕਿੱਦਾਂ ਪਤਾ ਕਰੇ? But actually ਇਹ homework ਸਿਰਫ student ਨੂੰ ਹੀ ਕਰਨਾ ਪਏਗਾ। ਇਹਦੇ 'ਚ nobody else can help them. But I can give you a key. Key is ਦੋ ਚੀਜ਼ਾਂ ਜੋ ਏਜੰਟ ਤੁਹਾਨੂੰ ਦੇ ਰਿਹਾ ਹੈ ਔਰ ਤੁਸੀਂ ਉਹਨੂੰ ਕ੍ਰਾਸ ਚੈੱਕ ਕਰ ਪਾ ਰਹੇ ਹੋ, ਵੈਰੀਫਾਈ ਕਰ ਪਾ ਰਹੇ ਹੋ। One is the transparency. The another one is authenticity. Transparency means ਤੁਹਾਡੀ ਐਪਲੀਕੇਸ਼ਨ ਤੋਂ ਲੈ ਕੇ ਤੁਹਾਡੀ ਵੀਜ਼ਾ ਇਨਰੋਲਮੈਂਟ ਤੱਕ ਤੁਹਾਨੂੰ ਹਰ ਚੀਜ਼ ਕਲੀਅਰਲੀ ਦਿਖ ਰਹੀ ਹੈ। ਮੇਰਾ ਐਪਲੀਕੇਸ਼ਨ ਕਿੱਥੇ ਪ੍ਰੋਸੈਸ ਹੋ ਰਿਹਾ ਹੈ, do you get emails copied to you, ਤੁਹਾਨੂੰ ਇੰਟਰੈਕਸ਼ਨ ਕਰਨ ਦਾ ਮੌਕਾ ਮਿਲ ਰਿਹਾ ਯੂਨੀਵਰਸਿਟੀ ਨਾਲ ਡਾਇਰੈਕਟਲੀ ਜਾਂ ਏਜੰਟਸ ਦੀ ਇਹੀ ਗੱਲਾਂ ਤੇ ਤੁਸੀਂ ਵਿਸ਼ਵਾਸ ਕਰ ਰਹੇ ਹੋ। ਸੋ that is transparency for me. ਜੇ ਤੁਹਾਨੂੰ ਟਰਾਂਸਪੇਰੈਂਟ ਪ੍ਰੋਸੈਸ ਮਿਲ ਰਿਹਾ, that is one factor. The other factor is authenticity. Authenticity means that somebody is authorized to do that. So Expert Education and Visa is authorized to represent many universities. ਤੁਸੀਂ 5 ਯੂਨੀਵਰਸਿਟੀਜ਼ ਪੜ੍ਹਨਾ ਚਾਹੁੰਦੇ ਹੋ, ਜਾਂ ਫॉर एग्जांपल ਇੱਕ ਕੰਟਰੀ 'ਚ 50 ਯੂਨੀਵਰਸਿਟੀਜ਼ ਹੈ,
एटलीस्ट 10-15 ਦੀ ਵੈਬਸਾਈਟ ਤੇ ਜਾ ਕੇ ਦੇਖੋ who is the authorized agent. So the authorized agent will never ever do anything messy with you or your profile, ਕਿਉਂਕਿ ਉਹਨਾਂ ਦਾ ਆਪਣਾ ਇੱਕ ਰਿਲੇਸ਼ਨਸ਼ਿਪ ਹੈ ਯੂਨੀਵਰਸਿਟੀ ਨਾਲ, that they will not spoil it. ਸੋ ਇਹ ਦੋ ਚੀਜ਼ਾਂ ਤੁਸੀਂ ਆਪਣੇ ਲੈਵਲ ਤੇ ਜ਼ਰੂਰ ਚੈੱਕ ਕਰੋ. ਐਂਡ ਜਿਸ ਤਰ੍ਹਾਂ ਇਹ ਇਵੈਂਟ ਹੋ ਰਿਹਾ ਐਜੂਕੇਸ਼ਨ ਫੇਅਰ, ਇੱਥੇ ਆਓ, ਖੁਦ ਯੂਨੀਵਰਸਿਟੀਜ਼ ਨੂੰ ਮਿਲੋ, ਯੂ ਵਿਲ ਕਮ ਟੂ ਨੋ ਹਾਊ ਅਥੈਂਟਿਕ ਇਜ਼ ਯੋਰ ਏਜੰਟ. that is one key. ਇੱਕ ਦਿਨ ਸਪੈਂਡ ਕਰਨਾ, you'll come to know the reality. ਬਿਲਕੁਲ. ਤੇ ਮੈਮ ਜਿਵੇਂ ਆਮ ਸਟੂਡੈਂਟ ਹੈ, ਜਿਵੇਂ ਪਹਿਲਾਂ ਵੀ ਤੁਸੀਂ ਵੀ ਗੱਲ ਕੀਤੀ ਕਿ ਫੋਨ ਇਜ਼ ਅ ਮੇਨ ਕੀ ਹੈ ਨਾ, ਕਿ ਹਰ ਬੱਚਾ ਯੂਥ ਫੋਨ ਚਲਾ ਰਿਹਾ, ਤਾਂ ਫੋਨ ਤੇ ਜਦੋਂ ਇੰਸਟਾਗ੍ਰਾਮ ਚਲਾਉਂਦੇ ਤਾਂ ਉੱਥੇ ਰਿਐਲਿਟੀ ਕਿਵੇਂ ਕੁਝ ਹੋਰ ਹੁੰਦੀ ਹੈ. ਮਤਲਬ ਬਹੁਤ ਰੀਲ ਆਪਾਂ ਦੇਖਦੇ ਹਾਂ ਕਿ ਹਾਂ ਜੀ ਇੱਕ ਦਿਨ 'ਚ ਵੀਜ਼ਾ ਲਵਾਤਾ, ਅੱਧੇ ਦਿਨ 'ਚ ਵੀਜ਼ਾ ਲਵਾਤਾ, ਤਾਂ ਇੱਦਾਂ ਰੀਲ ਜਿਹੜੇ ਬੜੀ ਫੈਸੀਨੇਟਿੰਗ ਵੀ ਹੁੰਦੀਆਂ ਕਈ ਵਾਰ, ਮਤਲਬ ਖੁਦ ਜੀ ਕਰਦਾ ਵੀ ਅੱਛਾ ਯਾਰ ਇੱਦਾਂ ਵੀ ਹੋ ਜਾਂਦਾ. ਤਾਂ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੁੰਦੀ ਹੈ? ਮਤਲਬ I know ਬਹੁਤ ਸਾਰੀਆਂ ਟੈਂਪਟਿੰਗ ਰੀਲਸ ਤੁਸੀਂ ਦੇਖਦੇ ਹੋ, ਐਂਡ ਸਟੂਡੈਂਟਸ ਆਰ ਬੇਸਿਕਲੀ ਵੈਰੀ ਵਨਰੇਬਲ ਟੂ ਦੈਟ, ਬਿਕਾਜ਼ ਉਹਨਾਂ ਦੇ ਬੈਡ ਐਕਸਪੀਰੀਅੰਸਿਸ ਹਜੇ ਘੱਟ ਹੁੰਦੇ ਨੇ, ਤਾਂ ਜਲਦੀ ਉਸ ਚੱਕਰ 'ਚ ਆ ਜਾਂਦੇ ਆ. ਆਪਣਾ ਹੋਮਵਰਕ ਕਰੋ ਐਜ਼ ਅ ਸਟੂਡੈਂਟ. if I have to think like a 18-year-old or 20-year-old, मैं यही कहूँगी, do your homework. Don't just scroll the reel and just believe in it. Try to also refer to the official websites. ਕਿਸੇ ਵੀ ਕੰਟਰੀ ਦੀ official websites ਨੂੰ ਵੀ ਰੈਫਰ ਕਰੋ, ਗਵਰਨਮੈਂਟ ਵੈਬਸਾਈਟਸ ਨੂੰ. ਫॉर एग्जांपल ਹੋਮ ਅਫੇਅਰਸ ਜਾਂ ਐਮਬੈਸੀਜ਼, ਉਹਨਾਂ ਦੀ ਵੈਬਸਾਈਟ ਨੂੰ ਰੈਫਰ ਟੂ ਗੁੱਡ ਏਜੰਟਸ ਵੈਬਸਾਈਟਸ. ਰੀਲ ਵਿੱਚ 10 ਮਾਰਕੀਟਿੰਗ ਸਟ੍ਰੈਟਜੀਜ਼ ਹੋ ਸਕਦੀਆਂ, ਵੈਬਸਾਈਟ ਤੇ ਨਹੀਂ ਹੋਣਗੀਆਂ. ਤੁਸੀਂ ਉਹਨੂੰ ਫੋਲੋ ਕਰੋ. ਮੀਟ authorized representatives, university ਦੇ ਹੋਣ ਜਾਂ agents appointed by universities, ਉਹਨਾਂ ਨੂੰ ਮਿਲੋ. spend few days, do your homework and then choose wisely. just reels ਨਹੀਂ, ਜਿਹੜੀ ਤੁਸੀਂ reels ਦੀ ਪ੍ਰੋਬਲਮ ਦੱਸੀ ਹੈ, ਯੂਜਲੀ ਅਸੀਂ ਆਪਣੇ ਕੋਈ ਫਰੈਂਡ ਸਰਕਲ ਜਾਂ ਸੀਨੀਅਰ ਸਰਕਲ 'ਚੋਂ ਵੀ ਰੈਫਰ ਲੈਂਦੇ ਹਾਂ, ਅੱਛਾ ਉਹਦਾ ਵੀਜ਼ਾ ਲੱਗ ਗਿਆ, ਅੱਛਾ ਮੇਰਾ ਵੀ ਲੱਗ ਜਾਏਗਾ. ਦੇਰ ਆਰ ਮੈਨੀ ਥਿੰਗਸ ਵਿਚ ਕੈਨ ਬੀ ਡਿਫਰੈਂਟ. ਹੋ ਸਕਦਾ ਉਹਨਾਂ ਦਾ ਤੁੱਕਾ ਲੱਗ ਗਿਆ ਹੋਵੇ, ਹੋ ਸਕਦਾ ਉਹਨਾਂ ਦਾ ਸਰਕਮਸਟੈਂਸ ਡਿਫਰੈਂਟ ਹੋਵੇ. ਫॉर एग्जांपल ਆਰਟ ਸਟੂਡੈਂਟਸ ਇਜ਼ ਐਡਵਾਈਜ਼ਿੰਗ ਅ ਮੈਡੀਕਲ ਸਟੂਡੈਂਟ what to pursue in life. ਸਹੀ ਬਾਤ. See, different, ਉਹਨਾਂ ਦਾ ਫੀਲਡ ਡਿਫਰੈਂਟ ਹੈ, ਤੁਹਾਡਾ ਫੀਲਡ ਡਿਫਰੈਂਟ ਹੈ. You have a different aspiration in life, that is why you chose medical. Somebody chose non-medical because they have a different aspiration. So rely on your own aspirations first, then cross check the reality. ਦੁਨੀਆ 'ਚ ਹੋ ਕੀ ਰਿਹਾ, what future. Try to attend a lot of seminars, try to attend a lot of global education fairs. Do not miss to opportunity to meet authentic people. ਮੈਮ ਕੇਸਿਸ ਬਹੁਤ ਕੰਪਲਿਕੇਟ ਵੀ ਹੋ ਜਾਂਦਾ ਕਈ ਵਾਰ, ਕਈਆਂ ਦੀ ਫਾਈਲ ਮਤਲਬ 2 ਵਾਰ ਰਿਜੈਕਟ ਵੀ ਹੋ ਜਾਂਦੀ ਹੈ, ਉਹਨਾਂ ਕੋਲ ਵੀ ਚਾਂਸ ਹੁੰਦਾ ਵੀ ਤੁਹਾਡੇ ਕੋਲ ਆ ਕੇ ਵੀ ਉਹਨਾਂ ਦਾ ਚਾਂਸ ਲੱਗ ਸਕਦਾ ਹੈ? ਯੈਸ, ਮੋਸਟ ਆਫ ਦ ਕੰਟਰੀਜ਼, ਯੈਸ, ਅਸੀਂ ਕਰ ਸਕਦੇ ਹਾਂ. ਵੀ ਕੈਨ ਰੈਫਰ ਟੂ ਦ ਰਿਫਿਊਜ਼ਲਸ. ਅਸੀਂ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਐਕਚੁਅਲੀ ਕੀ ਹੋਇਆ, ਬਟ ਫॉर दैट ਵੀ ਨੀਡ ਟੂ ਡੂ ਆਰ ਹੋਮਵਰਕ ਐਂਡ ਰਿਸਰਚ. ਇਨ ਪਰਸਨ ਮੇਰੇ ਨਾਲ ਕੰਸਲਟੇਸ਼ਨ ਕਰ ਸਕਦੇ ਹਾਂ, ਐਂਡ ਉਹਦੇ ਵਿੱਚ ਦੈਨ ਵੀ ਕੈਨ ਐਡਵਾਈਸ. ਐਸਾ ਨਹੀਂ ਹੈ ਕਿ ਹਰ ਵਾਰ ਅਸੀਂ ਹਾਂ ਹੀ ਕਹਿੰਦੇ ਹਾਂ. ਵੀ ਆਰ ਨਾਟ like a yes company. We also tell you no. Not every no is bad. Kadi no can ਨਾਲ you stop wasting your time in that zone where you will not make a way out. ਉਹਦੇ ਨਾਲ ਤੁਸੀਂ then at least you will be clear ਕਿ ਠੀਕ ਹੈ ਇਹ ਨਹੀਂ ਹੋਏਗਾ, I have no path further to progress, ਮੈਂ ਕੁਛ ਹੋਰ ਕਰ ਸਕਦਾ. I have seen students in my field, in my consultancy years, ਬੱਚੇ 3-3 4-4 ਸਾਲ ਘਰ ਬੈਠੇ ਰਹਿੰਦੇ ਆ ਇਸ ਉਮੀਦ 'ਚ ਕਿ ਸ਼ਾਇਦ ਕੋਈ ਨਾ ਜਾਦੂ ਹੋਏਗਾ. ਥਿੰਗਸ ਵਰਕ ਇਨ ਅ ਸਿਸਟਮ, ਪ੍ਰੋਸੈਸ 'ਤੇ ਚੀਜ਼ਾਂ ਹੁੰਦੀਆਂ, ਜਾਦੂ ਮਿਰੇਕਲਸ 'ਤੇ ਨਹੀਂ ਹੁੰਦੀਆਂ. You could be lucky sometime that you got your visa in good time. Sometimes there are restrictions, you may not get the success, but ਸਾਰੇ ਰਸਤੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਾਰੇ ਡੋਰਸ ਕਦੀ ਬੰਦ ਨਹੀਂ ਹੁੰਦੇ. there is always a door open for you, but only thing is you have to rely on your aspiration. You have to think ਕਿ ਮੈਨੂੰ what I want to achieve in my, ਮੈਂ ਕੀ ਕਰਨਾ ਕੀ ਹੈ ਅੱਗੇ as a student.
ਤੇ ਮੈਂ ਬੜੇ ਸੋਹਣੇ ਸ਼ਬਦਾਂ 'ਚ ਨਾ ਤੁਸੀਂ ਮਤਲਬ ਆਮ ਤੌਰ ਜਿਹੜੇ ਨਾਰਮਲ ਡਾਊਟਸ ਹੁੰਦੇ ਆ ਨਾ, ਜਿਹੜੇ ਆਮ ਤੌਰ ਤੇ ਮੈਂ ਵੀ ਕਦੀ ਵਾਰ ਸੋਚਦਾ ਸੀ ਐਜ਼ ਅ ਸਟੂਡੈਂਟ, ਤਾਂ ਮਤਲਬ ਬੜਾ ਅੱਛਾ ਲੱਗਦਾ ਮੈਨੂੰ। ਇਹ ਵੀ ਰਿਗਰੈਟ ਹੋ ਰਿਹਾ, ਸ਼ਾਇਦ ਮੈਂ ਪਹਿਲਾਂ ਕੰਸਲਟੇਸ਼ਨ ਲਈ ਹੁੰਦੀ ਤਾਂ ਮੇਰੇ ਜ਼ਿਆਦਾ ਡਾਊਟਸ ਕਲੀਅਰ ਹੋ ਜਾਂਦੇ। ਤੇ ਮੈਮ ਹੁਣ ਮੇਰੇ ਕੋਲ ਇੱਕ ਕੁਝ ਇੱਦਾਂ ਦਾ ਰਾਊਂਡ ਹੈ ਕਿ ਆਡੀਅנס ਦੇ ਜਿਹੜੇ ਨਾਰਮਲ ਡਾਊਟਸ ਹੁੰਦੇ ਆ, ਕਾਈਂਡ ਆਫ ਰੈਪਿਡ ਫਾਇਰ ਵੀ ਆਪਾਂ ਕਹਿ ਸਕਦੇ ਹਾਂ, ਬਟ ਆਈ ਵੁੱਡ ਲਵ ਕਿ ਤੁਸੀਂ ਉਹਨੂੰ ਥੋੜਾ ਜਿਹਾ ਐਕਸਪਲੇਨ ਵੀ ਕਰ ਦਿਓ। ਤਾਂ ਮੈਮ ਫਰਸਟ ਕੁਐਸਚਨ, ਲਾਈਕ ਕੈਨੇਡਾ ਜਾਂ ਆਸਟ੍ਰੇਲੀਆ? For now, Australia. ਓਕੇ, तो मैम बेसिकली जो बाहर जाते लोग ਤਾਂ ਐਜ਼ ਏ PR ਲੋਕਾਂ ਨੂੰ ਜ਼ਿਆਦਾ ਜਾਣਾ ਚਾਹੀਦਾ, ਜਾਂ ਐਜ਼ ਏ ਲੋਕਾਂ ਨੂੰ ਇੱਕ ਹੁੰਦਾ ਵੀ ਸੈਟਲਮੈਂਟ ਲਾਈਫ ਮਿਲੂਗੀ, ਟ੍ਰੈਂਡ ਬਣ ਗਿਆ ਵੀ ਬਾਹਰ ਜਾਣਾ, ਤਾਂ ਉਹ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ ਬੇਸਿਕ? I will say don't follow the trends. ਜਸਟ ਸੀ ਕਿ ਤੁਸੀਂ ਕੀ ਚਾਹੁੰਦੇ ਹੋ ਆਪਣੀ ਲਾਈਫ 'ਚ। ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਦੁਨੀਆ ਗਲੋਬਲ ਸਿਟੀਜ਼ਨਸ਼ਿਪ ਵੱਲ ਮੂਵ ਕਰ ਰਹੀ ਹੈ। ਈਵਨ ਇੰਡੀਆ 'ਚ ਰਹਿ ਕੇ ਤੁਸੀਂ ਵੀ ਹਮੇਸ਼ਾ ਇੰਡੀਆ 'ਚ ਨਹੀਂ ਰਹਿਣਾ ਚਾਹੋਗੇ, ਤੁਸੀਂ ਵੀ ਚਾਹੋਗੇ ਮੈਂ ਘੁੰਮਾਂ, ਟਰੈਵਲ ਕਰਾਂ, ਲਰਨ ਕਰਾਂ ਚੀਜ਼ਾਂ ਨੂੰ, ਮੇ ਬੀ ਕੁਛ ਐਕਸਪਲੋਰ ਕਰਾਂ। ਸੋ divide it in phases. As to students I will advise, ਜਿਹੜਾ ਤੁਹਾਡਾ ਐਜ਼ ਅ ਸਟੂਡੈਂਟ ਲਾਈਫ ਹੈ ਜਾਂ ਐਜ਼ ਅ ਸਟੂਡੈਂਟ ਫੇਜ਼ ਹੈ, ਉਹ 5 ਜਾਂ 7 ਸਾਲ ਦਾ ਜਿਹੜਾ ਤੁਸੀਂ ਸਟੱਡੀ ਕਰਨਾ ਹੁੰਦਾ ਹੈ, ਜਸਟ ਥਿੰਕ ਕੇਅਰਫੁਲੀ ਤੁਸੀਂ ਕਿੱਥੇ ਉਹ ਸਕਿੱਲ, ਕਿਉਂਕਿ ਤੁਸੀਂ ਗੇਨ ਕਰਨ ਜਾ ਰਹੇ ਹੋ ਨਾ, ਤੁਸੀਂ ਕਿੱਥੇ ਗੇਨ ਕਰਨਾ ਹੈ। ਤੁਸੀਂ ਬੈਸਟ ਗੇਨ ਕਰੋਗੇ, ਬੈਸਟ ਪਲੇਸਿਸ ਤੋਂ ਗੇਨ ਕਰੋਗੇ, ਤੁਹਾਡੇ ਲਈ ਹਰ ਕੰਟਰੀ ਦੇ ਡੋਰ ਖੁੱਲੇ। You can study in London and then work in US. You can study in Australia and work in New Zealand. So ਆਹ ਚੀਜ਼ਾਂ ਹਰ ਜਗ੍ਹਾ, ਟੈਲੈਂਟ ਸਭ ਨੂੰ ਚਾਹੀਦਾ ਹੈ। ਜੇ ਤੁਸੀਂ ਟੈਲੈਂਟ ਦੇ ਪਿੱਛੇ ਜਾਓਗੇ, ਤੁਸੀਂ ਸਭ ਨੂੰ ਚਾਹੀਦੇ ਹੋ, ਤੇ ਜੇ ਤੁਸੀਂ ਸਿਰਫ ਸੈਟਲਮੈਂਟ ਦੇ ਪਿੱਛੇ ਜਾ ਰਹੇ ਹੋ, you'll be a backbencher. ਮੈਮ ਸਭ ਤੋਂ ਟਫੈਸਟ ਪਾਰਟ ਆਇਲਸ ਦਾ ਕਿਹੜਾ ਲੱਗਦਾ ਤੁਹਾਨੂੰ ਐਜ਼ ਅ ਸਟੂਡੈਂਟ, ਫॉर ਸਟੂਡੈਂਟਸ? IELTS the toughest part. Actually, we have to think it in a different way. IELTS is not an examination for English. It is only to check your capability to communicate. ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਲਿਖ ਕੇ, ਬੋਲ ਕੇ, ਸੁਣ ਕੇ, ਰੀਡ ਕਰਕੇ। ਸੋ ਇਟਸ ਓਨਲੀ it's a pattern. You have to break the pattern. That's it. It's not test of your knowledge of English. ਮੋਸਟਲੀ ਸਟੂਡੈਂਟਸ ਜ਼ਿਆਦਾ ਕਿਹੜੀ ਮਿਸਟੇਕ ਜ਼ਿਆਦਾ ਕਰਦੇ ਨੇ? I think lot of times reading and speaking is tough because of their hesitation, ਕਿਉਂਕਿ confidence low ਹੁੰਦਾ ਇਸ ਲਈ। ਮੋਸਟ ਓਵਰਰੇਟਡ ਕੰਟਰੀ ਕਿਹੜੀ ਲੱਗਦੀ ਹੈ? ਐਜ਼ ਏ ਪੰਜਾਬੀ ਆਬਵੀਅਸ ਆਪਾਂ ਕੈਨੇਡਾ ਕਹਿ ਸਕਦੇ ਹਾਂ, ਬਟ ਤੁਹਾਨੂੰ ਐਜ਼ ਏ ਕੰਸਲਟੈਂਟ ਕਿਹੜੀ ਲੱਗਦੀ? ਨਹੀਂ, ਸੀ ਇਟਸ ਟਾਈਮ, ਹਰ ਟਾਈਮ ਹਰ ਕੰਟਰੀ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਐਸ ਫॉर ਹੁਣ ਮੈਂ ਜੋ ਪੈਟਰਨ ਦੇਖ ਰਹੀ ਹਾਂ, US people want to get there by any means. It's overrated. Okay, or most underrated country? Right now I think Europe they should explore. Europe is underrated because of the language barrier. Students ਨੂੰ ਲੱਗਦਾ ਕਿ ਅਸੀਂ ਉੱਥੇ ਨਹੀਂ ਸਸਟੇਨ ਕਰ ਪਾਵਾਂਗੇ। ਹਰ ਕੰਟਰੀ 'ਚ ਆਪਣੇ ਲੈਵਲ ਡਿਫਿਕਲਟੀ ਹੈ। ਈਵਨ ਤੁਸੀਂ ਇੰਡੀਆ 'ਚ ਵੀ ਪੰਜਾਬ ਤੋਂ ਚੇਨਈ ਪੜ੍ਹਨ ਜਾਓਗੇ, ਸੇਮ ਡਿਫਿਕਲਟੀ ਲੈਵਲ ਹੈ। ਬਟ ਦ ਓਨਲੀ ਥਿੰਗ ਇਜ਼ ਤੁਸੀਂ ਆਪਣੀ ਸੋਚ ਨੂੰ ਬਦਲਣਾ। ਤੁਸੀਂ ਉੱਥੇ ਐਜੂਕੇਸ਼ਨ ਲਈ ਜਾ ਰਹੇ ਹੋ, ਯੂ ਕੈਨ ਲਰਨ। ਸਾਡੇ ਕੋਲ ਵੀ ਜਦੋਂ 1 ਮਹੀਨਾ ਕੋਈ ਰਹਿ ਲੇ ਪੰਜਾਬ ਜਾ ਕੇ, ਅਸੀਂ ਪੰਜਾਬੀ ਸਿਖਾ ਦਿੰਦੇ ਉਹਨਾਂ ਨੂੰ। ਸੋ ਇਸੇ ਤਰ੍ਹਾਂ ਤੁਸੀਂ ਯੂ ਕੈਨ ਲਰਨ ਐਨੀ ਲੈਂਗੁਏਜ ਆਰ ਨੈਵਰ ਵੈਰੀ ਡਿਫਿਕਲਟ। ਉਹ ਸਾਡਾ ਸਿਰਫ ਅੰਦਰ ਹੈ ਜੋ ਸਾਨੂੰ ਰੋਕ ਰਿਹਾ ਹੁੰਦਾ ਹੈ ਕਿ ਨਹੀਂ ਡਿਫਿਕਲਟ ਹੈ, ਛੱਡ ਦਿਓ। ਮੈਮ ਇਸ ਚੀਜ਼ ਤੋਂ ਮੈਨੂੰ ਇੱਕ ਹੋਰ ਚੀਜ਼ ਯਾਦ ਹੈ, ਲਾਈਕ ਮੋਸਟਲੀ ਆਪਾਂ ਜਿਹੜੀ ਨਾਰਮਲ ਕੰਟਰੀਜ਼ ਹੁੰਦੇ ਆ, ਲੋਕਾਂ ਦਾ ਕੈਨੇਡਾ ਚਲੇ, ਆਸਟ੍ਰੇਲੀਆ ਚਲੇ, ਜਿਵੇਂ ਤੁਸੀਂ ਯੂਰਪ ਦੀ ਗੱਲ ਕੀਤੀ, ਹੋਰ ਵੀ ਕੰਟਰੀਜ਼ ਨੇ ਜਿੱਥੇ ਸਟੂਡੈਂਟ ਐਕਸਪਲੋਰ ਕਰ ਸਕਦੇ, ਬਹੁਤ ਅੱਛੀ ਓਪਰਚੁਨਿਟੀਜ਼ ਨੇ। Yes, Australia, New Zealand, UK, Canada, of course, Ireland, Dubai, having extremely good campuses by many good universities. European countries, there are many countries like Germany, Italy, France, they're open for education for our students. Very good universities. I think all of them we suggest, we have everything on table to offer. ਮੈਮ ਲਾਸਟ ਤੇ ਤੁਹਾਡਾ ਕੋਈ ਮੈਸੇਜ ਸਾਡੇ ਵਿਊਅਰਸ ਲਈ, ਸਾਡੇ ਯੂਥ ਲਈ? For your viewers, I just want to tell them that it is your life. The final decision is yours. Do it wisely and carefully. We are just a resource for you as education consultant. Rely on expert for your consultation part, and ਅਸੀਂ ਤੁਹਾਨੂੰ ਯੂਨੀਵਰਸਿਟੀਜ਼ ਨਾਲ 1-to-1 ਇੰਟਰੈਕਸ਼ਨ ਕਰਵਾਵਾਂਗੇ with full transparency. And you can test us on 17th April in Hayat Centric
in the global education fair by Expert Education and Visa Services. ਥੈਂਕ ਯੂ ਸੋ ਮਚ ਮੈਮ Thank you. ਉਮੀਦ ਕਰਦੇ ਹਾਂ ਕਿ ਤੁਹਾਡੇ ਵਿਊਅਰਸ ਨੂੰ ਇਹ ਐਪੀਸੋਡ ਬਹੁਤ ਅੱਛਾ ਲੱਗਿਆ ਕਿਉਂਕਿ ਕਾਫੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਬਾਹਰ ਹਰ ਕੋਈ ਜਾਣਾ ਚਾਹੁੰਦਾ ਹੈ ਪਰ ਉਹਨਾਂ ਦੇ ਡਾਊਟਸ ਬਹੁਤ ਸਾਰੇ ਹੁੰਦੇ ਆ ਤੇ ਅਗਰ ਤੁਹਾਡੇ ਹਜੇ ਵੀ ਡਾਊਟਸ ਨੇ ਤੁਸੀਂ ਐਜੂਕੇਸ਼ਨ ਫੇਅਰ ਚੰਡੀਗੜ੍ਹ ਦੇ ਵਿੱਚ 17 ਅਪ੍ਰੈਲ ਨੂੰ ਹੋ ਰਿਹਾ ਜਰੂਰ ਅਟੈਂਡ ਕਰੋ ਉਹਦਾ ਗੂਗਲ ਫਾਰਮ ਆਪਾਂ ਡਿਸਕ੍ਰਿਪਸ਼ਨ 'ਚ ਪਾ ਦਿੱਤਾ ਹੈ ਗੂਗਲ ਫਾਰਮ ਤੁਸੀਂ ਫਿਲ ਕਰਕੇ ਐਕਸਪਰਟ ਐਜੂਕੇਸ਼ਨ ਐਂਡ ਵੀਜ਼ਾ ਸਰਵਿਸਿਜ਼ ਦਾ ਚੰਡੀਗੜ੍ਹ ਦਾ ਸਭ ਤੋਂ ਵੱਡਾ ਐਜੂਕੇਸ਼ਨ ਫੇਅਰ ਅਟੈਂਡ ਜ਼ਰੂਰ ਕਰੋ ਥੈਂਕ ਯੂ ਸੋ ਮਚ ਤਦ ਤੱਕ ਦੇਖਦੇ ਰਹੋ ਵਿਊਅਰਸ Thank you.